ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ ਸਾਚਾ ਸਾਹਿਬ ਸਾਚ ਨਾਏ। ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰ ਦੀ ਬਾਣੀ ਦੀਆਂ ਹਾਜ਼ਰੀਆਂ ਪਰਦੇ ਹੋਏ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪੀਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਜਪਜੀ ਸਾਹਿਬ ਜੀ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਗੁਰੂ ਦੇ ਸਨਮੁਖ ਆਪਾਂ ਹੋਏ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲੜੀ ਦੇ ਵਿੱਚ ਆਪਾਂ 3 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਚੌਥੀ ਪੌੜੀ ਦੀ ਵਿਚਾਰ ਆਪਾਂ ਰਲ ਕੇ ਸਾਂਝੀ ਕਰਨੀ ਹੈ। ਜੇ ਅੱਖਰੀ ਅਰਥ ਵੇਖੀਏ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ। ਕਹਿੰਦੇ ਉਹ ਪਰਮਾਤਮਾ ਸਦੀਵੀ ਕਾਇਮ ਰਹਿਣ ਵਾਲਾ ਹੈ, ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ। ਸਾਚਾ ਸਾਹਿਬ ਸਾਚ ਨਾਏ, ਨਾਏ ਤੋਂ ਭਾਵ ਹੈ ਨਿਆਉ, ਉਸ ਦਾ ਹੁਕਮ ਨਿਯਮ, ਉਸ ਦਾ ਨਿਯਮ ਵੀ ਅਟਲ ਹੈ। ਉਹ ਜੋ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ, ਸੰਸਾਰ ਨੂੰ ਚਲਾਉਣ ਵਾਲਾ ਉਸ ਦਾ ਨਿਯਮ, ਉਸ ਦਾ ਹੁਕਮ ਵੀ ਅਟਲ ਹੈ। ਭਾਖਿਆ ਭਾਉ ਅਪਾਰ, ਅਪਾਰ ਤੋਂ ਭਾਵ ਬੇਅੰਤ, ਭਾਖਿਆ ਬੋਲੀ, ਭਾਉ ਪ੍ਰੇਮ। ਉਸ ਬੇਅੰਤ ਪਰਮਾਤਮਾ ਦੀ ਜੋ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ, ਜਿਸ ਦਾ ਨਿਆਉ ਵੀ ਅਟਲ ਹੈ, ਜਿਸ ਦਾ ਹੁਕਮ ਵੀ ਅਟਲ ਹੈ, ਉਸ ਦੀ ਬੋਲੀ ਪ੍ਰੇਮ ਵਾਲੀ ਹੈ, ਭਾਵ ਸਭ ਨੂੰ ਪ੍ਰੇਮ ਕਰਨ ਵਾਲਾ ਹੈ। ਉਹ ਪ੍ਰੇਮ ਸਰੂਪ ਹੈ। ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਜਗਤ ਦੇ ਜੀਵ ਉਸ ਬੇਅੰਤ ਪਰਮਾਤਮਾ ਪਾਸੋਂ ਬੇਅੰਤ ਹੀ ਦਾਤਾਂ ਮੰਗਦੇ ਹੈ। ਉਹ ਪਰਮਾਤਮਾ ਸਭ ਨੂੰ ਬੇਅੰਤ ਦਾਤਾਂ ਦੇ ਹੀ ਜਾਂਦਾ ਹੈ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਕਹਿੰਦੇ ਫਿਰ ਸਵਾਲ ਉੱਠਦਾ ਹੈ ਕਿ ਜਦ ਉਹ ਦਾਤਾਰ ਹੈ, ਸਭ ਨੂੰ ਦਾਤਾਂ ਦੇ ਹੀ ਜਾਂਦਾ ਹੈ, ਅਤੇ ਉਸ ਦੇ ਅੱਗੇ ਕਿਹੜੀ ਅਸੀਂ ਭੇਟਾਂ ਰੱਖੀਏ ਕਿ ਉਸ ਦਾ ਦਰਬਾਰ ਸਾਨੂੰ ਦਿਸ ਪਵੇ, ਭਾਵ ਉਸ ਦੇ ਦੀਦਾਰ ਸਾਨੂੰ ਹੋ ਜਾਣ, ਉਸ ਦੇ ਨਾਲ ਇੱਕ ਮਿਕਤਾ ਅਸੀਂ ਹਾਸਲ ਕਰ ਲਈਏ। ਉਸ ਪਰਮਾਤਮਾ ਅਤੇ ਉਸ ਦੇ ਚਲਾਏ ਹੋਏ ਸੰਸਾਰ ਦੀ ਕਾਰ ਨੂੰ ਅਸੀਂ ਸਮਝ ਸਕੀਏ। ਉਸ ਦਾ ਇਹ ਜਿਹੜਾ ਪਸਾਰਾ ਹੈ ਉਸ ਬਾਰੇ ਸਾਨੂੰ ਸੋਝੀ ਹੋ ਸਕੇ। ਕਿਹੜੀ ਭੇਟਾ ਉਸ ਅੱਗੇ ਰੱਖੀਏ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅਤੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਅਤੇ ਮੂੰਹੋਂ ਕਿਹੜੇ ਬਚਨ ਬੋਲੀਏ, ਕਿਹੜੀ ਬੇਨਤੀ ਕਰੀਏ, ਕਿਹੜੀ ਜੋਦੜੀ ਕਰੀਏ, ਕਿਹੜੀ ਅਰਦਾਸ ਕਰੀਏ ਜਿਹੜੀ ਉਸ ਦੇ ਦਰ 'ਤੇ ਕਬੂਲ ਹੋ ਜਾਏ, ਜਿਸ ਨੂੰ ਉਹ ਸੁਣ ਲਵੇ, ਪ੍ਰਵਾਨ ਕਰ ਲਵੇ
ਤੇ ਸਾਡੇ ਨਾਲ ਉਸ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏ। ਉਸ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਸਾਡਾ ਵੀ ਪ੍ਰੇਮ ਕਾਇਮ ਹੋ ਜਾਏ। ਐਸੇ ਕਿਹੜੇ ਬਚਨ ਬੋਲੀਏ? ਤੇ ਗੁਰੂ ਸਾਹਿਬ ਫਿਰ ਉੱਤਰ ਵੀ ਦਿੰਦੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਅੰਮ੍ਰਿਤ ਵੇਲਾ ਉਹ ਵੇਲਾ ਜਿਹੜਾ ਪਹਿਲਾ ਪੈਰ ਕਿਹਾ ਜਾ ਸਕਦਾ ਹੈ, ਜਾਂ ਅੰਮ੍ਰਿਤ ਵੇਲਾ ਜੋ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਸਭ ਤੋਂ ਪਹਿਲਾਂ ਇਸ ਨੂੰ ਬਾਣੀ ਦੇ ਅੰਦਰ ਪ੍ਰਯੋਗ ਕੀਤਾ। ਪ੍ਰਭਾਤ ਵੀ ਇਸ ਨੂੰ ਕਿਹਾ ਜਾਂਦਾ ਹੈ, ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ ਹੈ। ਕਹਿੰਦੇ ਇਸ ਵੇਲੇ ਦੇ ਵਿੱਚ ਸੱਚ ਨਾਉ ਵਡਿਆਈ ਵਿਚਾਰ, ਉਸ ਸਦੀਵੀ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਪੀਏ, ਉਸ ਦੀ ਸਿਫਤ ਸਲਾਹ ਕਰੀਏ। ਅੰਮ੍ਰਿਤ ਵੇਲੇ ਉੱਠ ਕੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। ਤੇ ਇਸ ਤਰੀਕੇ ਨਾਲ ਕੀ ਹੋਏਗਾ? ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਉਸ ਪਰਮਾਤਮਾ ਦੀ ਜੇ ਮਿਹਰ ਦੀ ਨਿਗਾਹ ਹੋ ਜਾਏ, ਉਸ ਦੀ ਬਖਸ਼ਿਸ਼ ਹੋ ਜਾਏ, ਤਾਂ ਸਿਫਤ ਸਲਾਹ ਰੂਪੀ ਕੱਪੜਾ ਨਸੀਬ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਭਾਵ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਗੁਣਾਂ ਦੀ, ਉਸ ਦੀ ਵਡਿਆਈਆਂ ਦੀ ਵਿਚਾਰ ਕਰੀਏ ਤੇ ਸਿਫਤ ਸਲਾਹ ਰੂਪੀ ਕੱਪੜਾ ਨਸੀਬ ਹੁੰਦਾ ਹੈ ਤੇ ਉਸ ਦੀ ਬਖਸ਼ਿਸ਼ ਹੋ ਜਾਏ ਤਾਂ ਮੋਖ ਦੁਆਰ, ਕੂੜ ਦੀ ਪਾਲ ਟੁੱਟ ਕੇ ਮੁਕਤੀ ਦਾ ਦੁਆਰ ਮਿਲ ਜਾਂਦਾ ਹੈ। ਭਾਵ ਸੱਚ ਦੇ ਨਾਲ ਸਾਡੀ ਲੀਨਤਾ ਹੋ ਜਾਂਦੀ ਹੈ, ਉਸ ਸੱਚੇ ਦਾ ਦਰਬਾਰ, ਉਸ ਦੇ ਦੀਦਾਰ ਸਾਨੂੰ ਹੋ ਜਾਂਦੇ ਹੈ, ਉਸ ਦੇ ਨਾਲ ਇਕਮਿਕਤਾ ਸਾਡੀ ਬਣ ਜਾਂਦੀ ਹੈ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਹੈ ਨਾਨਕ, ਇਸ ਤਰੀਕੇ ਦੇ ਨਾਲ ਜਾਣਿਆ ਜਾ ਸਕਦਾ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ, ਹਰ ਘਟ ਦੇ ਵਿੱਚ ਉਹ ਵਸ ਰਿਹਾ ਹੈ। ਭਾਵ ਗੁਰੂ ਸਾਹਿਬ ਦਾ ਕਹਿਣ ਤੋਂ ਇਹ ਹੈ ਕਿ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ, ਉਸ ਦੀ ਬਖਸ਼ਿਸ਼ ਦੁਆਰਾ ਇਹ ਸਿਫਤ ਸਲਾਹ ਰੂਪੀ ਕੱਪੜਾ ਸਾਨੂੰ ਨਸੀਬ ਹੋ ਜਾਏ, ਭਾਵ ਅਸੀਂ ਉਸ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਈਏ, ਤੇ ਫਿਰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਸਦੀਵੀ ਕਾਇਮ ਰਹਿਣ ਵਾਲਾ ਹਸਤੀ ਕਾਇਮ ਰਹਿਣ ਵਾਲਾ ਹੈ, ਜੋ ਪ੍ਰੇਮ ਸਰੂਪ ਹੈ, ਪ੍ਰੇਮ ਦੀ ਬੋਲੀ ਬੋਲਣ ਵਾਲਾ ਹੈ, ਸਭ ਥਾਈਂ ਵਿਆਪਕ ਹੈ। ਉਹ ਦਾਤਾ ਦੇ ਹੀ ਜਾਂਦਾ ਹੈ, ਅਸੀਂ ਜੀਵ ਉਸ ਪਾਸੋਂ ਦਾਤਾ ਮੰਗਦੇ ਹਾਂ। ਲੇਕਿਨ ਜਿਉਂ-ਜਿਉਂ ਅਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ ਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਪਰਮਾਤਮਾ ਕੋਲੋਂ ਦਾਤਾਂ ਲੈ ਕੇ, ਉਸ ਦੀਆਂ ਦਾਤਾਂ ਵਿੱਚੋਂ ਕੋਈ ਚੀਜ਼ ਉਸ ਦੇ ਅੱਗੇ ਭੇਟ ਕਰਕੇ ਉਸ ਦੀ ਖੁਸ਼ੀ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਇੱਥੇ ਆਪਣਾ ਆਪ ਅਰਪਣ ਕਰਨਾ ਪੈਂਦਾ ਹੈ। ਇਹ ਵਿਚਾਰ ਆਪਾਂ ਅੱਗੇ ਖੋਲ੍ਹ ਕੇ ਇਸ ਦਾ ਯਤਨ ਕਰਾਂਗੇ ਕਿ ਸਾਨੂੰ ਸਮਝ ਆ ਸਕੇ। 3 ਨੁਕਤੇ ਸਾਡੀ ਵਿਚਾਰ ਗੋਚਰੇ ਆਉਂਦੇ ਆ ਜਦੋਂ ਇਸ ਪੌੜੀ ਦੀ ਅਸੀਂ ਵਿਚਾਰ ਕਰਦੇ ਹਾਂ। ਪਹਿਲਾ ਇਹ ਹੈ ਕਿ ਉਹ ਪਰਮਾਤਮਾ ਪ੍ਰੇਮ ਸਰੂਪ ਹੈ, ਪ੍ਰੇਮ ਦੀ ਹਸਤੀ ਹੈ, ਉਸ ਦੀ ਬੋਲੀ ਪ੍ਰੇਮ ਵਾਲੀ ਹੈ। ਭਾਵ ਜੇ ਅਸੀਂ ਉਸ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਣਾ ਚਾਹੁੰਦੇ ਹਾਂ ਤੇ ਸਾਡੇ ਅੰਦਰ ਵੀ ਉਹ ਪ੍ਰੇਮ ਆਉਣਾ ਚਾਹੀਦਾ ਹੈ, ਸਾਡਾ ਵੀ ਬੋਲ ਬੁਲਾਰਾ ਪ੍ਰੇਮ ਵਾਲਾ ਹੋ ਜਾਏ। ਕੁੜੱਤਣ ਆਪਣੇ ਅੰਦਰੋਂ ਦੂਰ ਕਰੀਏ, ਵੈਰ ਨਫ਼ਰਤ ਵਿਰੋਧ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਪ੍ਰੇਮ ਸਰੂਪ ਹੋ ਕੇ ਹੀ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਦੂਸਰਾ ਇਹ ਹੈ ਕਿ ਉਹ ਪਰਮਾਤਮਾ ਜਿਹੜਾ ਸਾਨੂੰ ਸਾਰੀਆਂ ਦਾਤਾਂ ਦਿੰਦਾ ਹੈ, ਤੇ ਫਿਰ ਕਿਹੜੀ ਚੀਜ਼ ਭੇਟ ਕਰਕੇ ਉਸ ਦੀ ਖੁਸ਼ੀ ਅਸੀਂ ਹਾਸਲ ਕਰ ਸਕਦੇ ਹਾਂ, ਇਹ ਵੀ ਸਮਝਣਾ ਅਤ ਜ਼ਰੂਰੀ ਹੈ। ਤੇ ਤੀਸਰਾ ਹੈ ਕਿ ਉਹ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਣ ਦੇ ਲਈ, ਆਪਣੇ ਅੰਦਰ ਪ੍ਰੇਮ ਰਸ ਪੈਦਾ ਕਰਨ ਦੇ ਲਈ, ਉਸ ਦੇ ਵਿੱਚ ਲੀਨਤਾ ਹਾਸਲ ਕਰਨ ਦੇ ਲਈ, ਇਹ ਜ਼ਿੰਦਗੀ ਜੋ ਸਾਨੂੰ ਮਿਲੀ ਹੈ, ਇਹ ਜੀਵਨ ਜੋ ਸਾਨੂੰ ਮਿਲਿਆ ਹੈ, ਹਰ ਵੇਲੇ ਉਸ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਈਏ, ਉਸ ਦੀ ਬਖਸ਼ਿਸ਼ ਹੋ ਜਾਏ, ਸਿਫਤ ਸਲਾਹ ਸਾਨੂੰ ਮਿਲ ਜਾਏ। ਲੇਕਿਨ ਉੱਦਮ ਸਾਨੂੰ ਕਰਨਾ ਪਏਗਾ। ਜਦੋਂ ਅਸੀਂ ਉਸ ਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ, ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ ਤੇ ਸਾਨੂੰ ਇਹ ਵੀ ਸੋਝੀ ਹੋ ਜਾਂਦੀ ਹੈ ਕਿ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਣ ਦਾ ਕੀ ਰਸਤਾ ਹੈ। ਲੇਕਿਨ ਇਸ ਜ਼ਿੰਦਗੀ ਨੂੰ ਅੰਮ੍ਰਿਤਮਈ ਕਰਨ ਦੇ ਲਈ ਸਾਡਾ ਸਮੁੱਚਾ ਜੀਵਨ ਹੀ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਦੇ ਨਾਲ ਭਰਪੂਰ ਹੋ ਜਾਏ। ਇਸ ਲਈ ਅੰਮ੍ਰਿਤ ਵੇਲੇ ਦੀ ਬਹੁਤ ਅਹਿਮੀਅਤ ਹੈ। ਇਹ 3 ਨੁਕਤੇ ਸਾਡੀ ਵਿਚਾਰ ਗੋਚਰੇ ਹੈ, ਅਸੀਂ ਇਹਨਾਂ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਉਸਨੇ ਖੰਡ ਬ੍ਰਹਿਮੰਡ ਸਿਰਜੇ ਹੈ,
ਇਹ ਸੂਰਜ, ਧਰਤੀ, ਚੰਦ, ਤਾਰੇ, ਕਿਉਂਕਿ ਸਾਚਾ ਸਾਹਿਬ ਸਾਚ ਨਾਏ ਸਦੀ ਵੀ ਕਾਇਮ ਰਹਿਣ ਵਾਲੀ ਹਸਤੀ ਹੈ, ਅਤੇ ਉਸ ਕਾਇਮ ਰਹਿਣ ਵਾਲੀ ਹਸਤੀ ਦਾ ਨਿਆਂ ਵੀ, ਸੰਸਾਰ ਨੂੰ ਚਲਾਉਣ ਵਾਲਾ ਇਹ ਨਿਯਮ ਵੀ, ਹੁਕਮ ਵੀ, ਇਹ ਅਟਲ ਹੈ। ਅਸੀਂ ਇਹ ਵਿਚਾਰ ਪਿੱਛੇ ਕਰਦੇ ਆ ਰਹੇ ਹਾਂ ਕਿ ਪਰਮਾਤਮਾ ਨੇ ਇਤਨਾ ਕੁਝ ਸਿਰਜਿਆ ਹੈ ਅਤੇ ਆਪਣੇ ਨਿਯਮ ਦੇ ਵਿੱਚ ਉਹ ਸਭ ਕੁਝ ਚਲਾ ਰਿਹਾ ਹੈ। ਉਸ ਦੇ ਹੁਕਮ ਦੇ ਵਿੱਚ, ਉਸ ਦੇ ਹੁਕਮ ਤੋਂ ਕੋਈ ਆਕ ਹੀ ਨਹੀਂ ਹੋ ਸਕਦਾ, ਕੋਈ ਊਣਤਾਈ ਲੱਭੀ ਨਹੀਂ ਜਾ ਸਕਦੀ। ਜਿਵੇਂ ਸੂਰਜ ਹੈ, ਸਾਨੂੰ ਨਿੱਘ ਦਿੰਦਾ ਹੈ, ਸਾਡੀਆਂ ਫਸਲਾਂ ਨੂੰ ਪਕਾਉਂਦਾ ਹੈ, ਕਿਤਨੀ ਰੋਸ਼ਨੀ ਦਿੰਦਾ ਹੈ, ਕਿਤਨੇ ਕੰਮ ਸਾਡੇ ਸਵਾਰਦਾ ਹੈ। ਇਸੇ ਤਰ੍ਹਾਂ ਧਰਤੀ ਹੈ, ਇਹ ਸਦੀਆਂ ਤੋਂ ਦੇਈ ਜਾ ਰਹੀ ਹੈ। ਪਰਮਾਤਮਾ ਨੇ ਇਸ ਦੇ ਅੰਦਰ ਐਸਾ ਗੁਣ ਭਰਿਆ ਕਿ ਅਸੀਂ ਕੋਈ ਬੀਜ ਬੀਜਦੇ ਹਾਂ, ਫਸਲ ਉਗਦੀ ਹੈ, ਕਿਤਨੀ ਬਨਸਪਤੀ ਉਗਦੀ ਹੈ, ਰੁੱਖ ਉਗਦੇ ਹੈ, ਫਲਦਾਰ ਪੌਦੇ ਲੱਗੇ ਹੋਏ ਹੈ, ਕਿਤਨਾ ਕੁਝ ਅਸੀਂ ਖਾਂਦੇ ਹਾਂ, ਕਿਤਨੀਆਂ ਸਬਜ਼ੀਆਂ ਉਗਦੀਆਂ। ਪਰਮਾਤਮਾ ਨੇ ਨਿਯਮ ਇਸ ਦੇ ਲਈ ਤਿਆਰ ਕੀਤਾ ਹੋਇਆ ਹੈ। ਹਵਾ ਹੈ, ਪਰਮਾਤਮਾ ਨੇ ਬਣਾਈ, ਲੇਕਿਨ ਇਸ ਹਵਾ ਰਾਹੀਂ ਸਾਨੂੰ ਜੀਵਨ ਮਿਲ ਰਿਹਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਪਰਮਾਤਮਾ ਨੇ ਸਭ ਤੋਂ ਸਿਰਮੌਰ ਪ੍ਰਾਣੀ, ਅਸੀਂ ਪੜ੍ਹਦੇ ਹਾਂ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਭ ਤੋਂ ਸਿਰਮੌਰ ਪ੍ਰਾਣੀ ਹੈ ਮਨੁੱਖ। ਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਜੇ ਮਨੁੱਖ ਵੀ ਇਸ ਨਿਯਮ ਨੂੰ ਸਮਝ ਜਾਏ ਤੇ ਆਪਣੇ ਜੀਵਨ ਨੂੰ ਇਸ ਨਿਯਮ ਦੇ ਅਧੀਨ, ਇਸ ਹੁਕਮ ਦੇ ਅਧੀਨ, ਉਸ ਰਜ਼ਾ ਦੇ ਅਧੀਨ ਕਰ ਲਵੇ ਤੇ ਉਸ ਦਾ ਜੀਵਨ ਸਫਲਾ ਹੈ। ਕੂੜ ਦੀ ਪਾਲ ਟੁੱਟ ਸਕਦੀ ਤੇ ਸਚਿਆਰਾ ਜੀਵਨ ਸਾਡਾ ਬਣ ਸਕਦਾ ਹੈ, ਕਿਉਂਕਿ ਮਰਿਆਦਾ ਦੇ ਵਿੱਚ ਰਹਿਣਾ ਹੈ। ਮਰਿਆਦਾ ਸਾਡੇ ਜੀਵਨ ਦੇ ਲਈ ਉਸ ਪਰਮਾਤਮਾ ਨੇ ਤਿਆਰ ਕੀਤੀ ਹੈ ਕਿ ਅਸੀਂ ਉਸ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ ਉਸ ਦੇ ਗੁਣਾਂ ਦੀ, ਉਸ ਦੀ ਵਡਿਆਈਆਂ ਦੀ ਵਿਚਾਰ ਕਰਦੇ ਰਹੀਏ। ਵਿਚਾਰ ਕਰਦਿਆਂ ਸਾਡੇ ਜੀਵਨ ਦੇ ਵਿੱਚ ਜਦੋਂ ਉਹ ਵਿਚਾਰ ਵਸ ਜਾਏ, ਉਸ ਵਿਚਾਰ ਨੂੰ ਅਪਣਾ ਲਈਏ, ਗੁਣਾਂ ਆਧਾਰਿਤ ਜ਼ਿੰਦਗੀ ਬਤੀਤ ਕਰੀਏ, ਤੇ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਸਾਡੇ ਅੰਦਰ ਜਿਹੜੀ ਵਿਕਾਰ ਇਕੱਤਰ ਹੁੰਦੇ ਰਹਿੰਦੇ, ਅਸੀਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਇਹ ਵਿਕਾਰਾਂ ਦੀ ਮੈਲ ਆਪਣੇ ਅੰਦਰ ਪਾ ਲੈਂਦੇ ਹਾਂ, ਕੂੜ ਦੀ ਪਾਲ ਖੜੀ ਕਰ ਲੈਂਦੇ ਹਾਂ, ਇਹ ਟੁੱਟ ਸਕਦੀ ਹੈ। ਤੇ ਸਾਨੂੰ ਇਹ ਵੀ ਅਹਿਸਾਸ ਹੋਏਗਾ ਕਿ ਉਹ ਪਰਮਾਤਮਾ ਪ੍ਰੇਮ ਸਰੂਪ ਹੈ, ਜਿਸ ਦਾ ਨਿਯਮ ਅਟਲ ਹੈ, ਇਤਨਾ ਕੁਝ ਉਸਨੇ ਬਣਾਇਆ, ਉਹ ਤੇ ਸਾਨੂੰ ਪ੍ਰੇਮ ਕਰਨ ਵਾਲਾ ਹੈ। ਤੇ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਪ੍ਰੇਮ ਸਰੂਪ ਹੋ ਕੇ ਹੀ ਮਿਲਿਆ ਜਾ ਸਕਦਾ ਹੈ। ਕੁੜੱਤਨ ਆਪਣੇ ਅੰਦਰ ਰੱਖ ਕੇ, ਵੈਰ ਆਪਣੇ ਅੰਦਰ ਰੱਖ ਕੇ, ਵਿਰੋਧ ਆਪਣੇ ਅੰਦਰ ਰੱਖ ਕੇ, ਨਫ਼ਰਤ, ਈਰਖਾ ਆਪਣੇ ਅੰਦਰ ਰੱਖ ਕੇ ਉਸ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਨਹੀਂ ਹੋ ਸਕਦਾ, ਕਿਉਂਕਿ ਉਹ ਤਾਂ ਪ੍ਰੇਮ ਕਰਨ ਵਾਲਾ, ਉਸ ਦੀ ਬੋਲੀ ਪ੍ਰੇਮ ਵਾਲੀ ਹੈ। ਹੁਣ ਇਸ ਗੱਲ ਨੂੰ ਸਮਝੀਏ, ਅਸੀਂ ਪਹਿਲਾਂ ਇਹ ਦੇਖੀਏ ਕਿ ਉਹ ਪਰਮਾਤਮਾ ਕੈਸਾ ਹੈ, ਕੈਸਾ ਉਸ ਦਾ ਸਰੂਪ ਹੈ, ਤਾਂ ਹੀ ਅਸੀਂ ਉਸ ਵਾਲੇ ਪਾਸੇ ਵੱਧ ਸਕਦੇ ਹਾਂ, ਤਾਂ ਹੀ ਆਪਣੇ ਅੰਦਰੋਂ ਕੁੜੱਤਨ, ਵੈਰ, ਵਿਰੋਧ ਅਸੀਂ ਦੂਰ ਕਰ ਸਕਦੇ ਹਾਂ। ਅਸੀਂ ਪੜ੍ਹਦੇ ਹਾਂ ਨਾ ਮੂਲ ਮੰਤਰ ਦੇ ਵਿੱਚੋਂ, ਨਿਰਵੈਰ ਹੈ। ਭਾਵ ਇਹ ਹੈ ਕਿ ਉਹ ਨਿਰਵੈਰ ਹੈ ਤੇ ਸਾਡੇ ਅੰਦਰ ਵੈਰ ਹੋਵੇਗਾ ਤੇ ਨਿਰਵੈਰ ਦੇ ਨਾਲ ਅਸੀਂ ਨਹੀਂ ਮਿਲ ਸਕਦੇ। ਗੁਰੂ ਸਾਹਿਬ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ, ਉਹ ਕਦੇ ਨਾ ਬੋਲੇ ਕੋੜਾ, ਕੋੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਕਹਿੰਦੇ ਉਹ ਪਰਮਾਤਮਾ ਮਿੱਠ ਬੋਲੜਾ ਹੈ। ਮੈਂ ਇਹ ਥੱਕ ਗਈ ਹਾਂ ਸੱਚੇ ਪਾਤਸ਼ਾਹ, ਕਿਤੇ ਮੈਨੂੰ ਲੱਭੇ ਕਿ ਬਈ ਕੋੜਾ ਬੋਲਦਾ ਹੈ? ਕਹਿੰਦੇ ਨਹੀਂ ਬੋਲਦਾ, ਕੋੜਾ ਬੋਲ ਨਾ ਜਾਣਾ, ਪੂਰਨ ਭਗਵਾਨ ਹੈ। ਕਹਿੰਦੇ ਫਿਰ ਉਹ ਕੀ ਕਰਦਾ ਹੈ? ਉਹ ਕੈਸਾ ਪ੍ਰੇਮ ਸਰੂਪ ਹੈ ਕਿ ਵਿਕਾਰੀਆਂ ਨੂੰ ਵੀ ਪਵਿੱਤਰ ਜੀਵਨ ਬਖਸ਼ਣ ਵਾਲਾ ਹੈ ਜੇ ਉਸ ਦੇ ਨਾਲ ਕੋਈ ਜੁੜ ਜਾਏ। ਪਤਤ ਪਾਵਨ ਹਰ ਬਿਰਦ ਸਦਾਏ, ਉਸ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਉਹ ਵਿਕਾਰੀਆਂ ਨੂੰ ਵੀ ਪਵਿੱਤਰ ਜੀਵਨ ਦੇਣ ਵਾਲਾ ਹੈ, ਉਹਨਾਂ ਦੇ ਵਿਕਾਰ ਖਤਮ ਕਰਨ ਵਾਲਾ ਹੈ। ਇੱਕ ਤਿਲ ਨਹੀਂ ਭੰਨੈ ਘਾਲੇ, ਕਹਿੰਦੇ ਉਸ ਦਾ ਇਹ ਸੁਭਾਅ ਹੈ ਕਿ ਉਹ ਕੀਤੀ ਹੋਈ ਕਮਾਈ ਨੂੰ ਵਿਅਰਥ ਨਹੀਂ ਜਾਣ ਦਿੰਦਾ। ਫਿਰ ਅਸੀਂ ਕੋਈ ਕਮਾਈ ਕਰੀਏ ਨਾ, ਅਸੀਂ ਅੰਮ੍ਰਿਤ ਵੇਲੇ ਉੱਠ ਜਾਈਏ, ਉਸ ਦੀ ਸਿਫਤ ਸਲਾਹ ਨਾਲ ਜੁੜ ਜਾਈਏ, ਉਸ ਦੇ ਗੁਣਾਂ ਦੇ ਆਧਾਰਿਤ ਜ਼ਿੰਦਗੀ ਬਤੀਤ ਕਰਨ ਦਾ ਯਤਨ ਤਾਂ ਕਰੀਏ। ਗੁਰੂ ਸਾਹਿਬ ਕਹਿੰਦੇ ਫਿਰ ਸਾਡੀ ਕਮਾਈ ਨੂੰ ਉਹ ਥਾਂ ਪਾ ਦਿੰਦਾ ਹੈ, ਵਿਅਰਥ ਨਹੀਂ ਜਾਣ ਦਿੰਦਾ। ਉਹ ਐਸਾ ਪਰਮਾਤਮਾ ਹੈ। ਗੁਰੂ ਸਾਹਿਬ ਕਹਿੰਦੇ ਕੈਸਾ ਮਿੱਠ ਬੋਲੜਾ ਹੈ, ਕੈਸਾ ਉਸ ਦਾ ਸਰੂਪ ਹੈ। ਗੁਸਾਈ ਮਹਿੰਡਾ ਇਠੜਾ, ਗੁਰੂ ਅਰਜਨ ਪਾਤਸ਼ਾਹ ਜੀ, ਗੁਸਾਈ ਮਹਿੰਡਾ ਇਠੜਾ, ਅੰਬ
ਹੱਬੇ ਥਾਵੋਂ ਮਿੱਠੜਾ, ਕਹਿੰਦੇ ਕੈਸਾ ਮਿੱਠਾ ਹੈ। ਇਸਲਾਮ ਧਰਮ ਦੇ ਵਿੱਚ ਨਾ ਆਪ ਜਾਣਦੇ ਹੋਵੋਗੇ ਕਿ ਉਹ ਅੰਮਾ ਕਹਿੰਦੇ ਆ ਤੇ ਬਾਪ ਨੂੰ ਅੱਬਾ ਵੀ ਕਹਿੰਦੇ ਆ। ਅੰਬ ਹੱਬੇ ਥਾਵੋਂ ਮਿੱਠਾ, ਕਹਿੰਦੇ ਅੰਮਾ ਨਾਲੋਂ ਵੀ, ਬਾਪ ਨਾਲੋਂ ਵੀ, ਪਿਤਾ ਨਾਲੋਂ ਵੀ ਮਿੱਠੜਾ ਹੈ ਉਹ ਐਸਾ ਮਿੱਠ ਬੋਲੜਾ ਹੈ। ਭਗਤ ਨਾਮਦੇਵ ਜੀ ਕਹਿੰਦੇ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਹੇ ਸੱਚੇ ਪਾਤਸ਼ਾਹ ਤੇਰੀ ਪੱਗ ਭਾਵ ਤੇਰਾ ਸਰੂਪ ਬਹੁਤ ਸੋਹਣਾ ਹੈ, ਤੇਰੇ ਬੋਲ ਬੜੇ ਮਿੱਠੇ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਕਹਿੰਦੇ ਇਹ ਸਾਰੀਆਂ ਵਸਤੂਆਂ ਤੇ ਮਿੱਠੀਆਂ ਤੇ ਹਨ, ਲੇਕਿਨ ਜਦੋਂ ਤੁਲਨਾ ਕਰੋ ਪਰਮਾਤਮਾ ਦੇ ਨਾਲ ਇਹਨਾਂ ਚੀਜ਼ਾਂ ਦੀ ਤੇ ਇਹ ਉਸ ਦੇ ਮੁਕਾਬਲੇ ਮਿੱਠੀਆਂ ਨਹੀਂ। ਉਹ ਪਰਮਾਤਮਾ ਇਤਨਾ ਪ੍ਰੇਮ ਸਰੂਪ ਹੈ, ਇਤਨਾ ਮਿੱਠ ਬੋਲੜਾ ਹੈ, ਇਤਨਾ ਮਿਠਾਸ ਦੇ ਨਾਲ ਭਰਿਆ ਹੋਇਆ ਹੈ। ਤੇ ਜਦੋਂ ਅਸੀਂ ਉਸ ਮਿਠਾਸ ਦੇ ਨਾਲ, ਮਿਠਾਸ ਸਰੂਪ ਜਾਂ ਮਿੱਠ ਬੋਲੜੇ ਸਰੂਪ ਜਾਂ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਣਾ ਹੋਵੇ ਤੇ ਸਾਨੂੰ ਪ੍ਰੇਮ ਸਰੂਪ ਹੋਣਾ ਪਵੇਗਾ, ਤਾਂ ਹੀ ਤੇ ਅਸੀਂ ਉਸ ਦਾ ਨਾਲ ਮਿਲ ਸਕਦੇ ਹਾਂ। ਇਸ ਤਰ੍ਹਾਂ ਨਹੀਂ ਮਿਲ ਸਕਦੇ। ਹੁਣ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਕਿਵੇਂ ਮਿਲਿਆ ਜਾ ਸਕਦਾ ਹੈ। ਕਹਿੰਦੇ ਬਾਬਾ ਬੋਲੀਐ ਪੱਤ ਹੋਏ, ਬਾਬਾ ਬੋਲੀਐ ਪੱਤ ਹੋਏ। ਕਹਿੰਦੇ ਐਸੇ ਬੋਲ ਬੋਲਣੇ ਚਾਹੀਦੇ ਹੈ, ਐਸਾ ਬੁਲਾਰਾ ਆਪਣਾ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਉਸ ਦੀ ਦਰਗਾਹ ਦੇ ਵਿੱਚ ਸਾਨੂੰ ਇੱਜ਼ਤ ਮਿਲੇ, ਇਸ ਸਮਾਜਿਕ ਜੀਵਨ ਦੇ ਵਿੱਚ ਇੱਜ਼ਤ ਮਿਲੇ। ਬਾਬਾ ਬੋਲੀਐ ਪੱਤ ਹੋਏ, ਉਤਮ ਸੇ ਦਰ ਉਤਮ ਕਹੀਐ, ਨੀਚ ਕਰਮ ਬੈ ਰੋਏ। ਕਹਿੰਦੇ ਉਸ ਦੀ ਨਜ਼ਰ ਦੇ ਵਿੱਚ ਪ੍ਰਵਾਨਗੀ ਕਿਹੜੇ ਪ੍ਰਾਪਤ ਕਰ ਸਕਦੇ ਹੈ, ਕਿਹੜੇ ਮਨੁੱਖ ਉਤਮ ਗਿਣੇ ਜਾ ਸਕਦੇ ਹੈ। ਉਤਮ ਸੇ ਦਰ ਉਤਮ ਕਹੀਐ, ਕਿਹੜੇ? ਬਾਬਾ ਬੋਲੀਐ ਪੱਤ ਹੋਏ। ਜਿਨ੍ਹਾਂ ਦਾ ਬੋਲ ਬੁਲਾਰਾ ਅੱਛਾ ਹੋਏਗਾ, ਚੰਗਾ ਬੋਲ ਬੁਲਾਰਾ ਹੋਏਗਾ, ਉਹੀ ਇੱਜ਼ਤ ਮਾਨ ਖੱਟਣਗੇ, ਉਹੀ ਉਸ ਦੀ ਨਜ਼ਰ ਦੇ ਵਿੱਚ ਚੰਗੇ ਮਨੁੱਖ ਗਿਣੇ ਜਾਣਗੇ ਤੇ ਆਮ ਸੰਸਾਰਿਕ ਜੀਵਨ ਦੇ ਵਿੱਚ ਵੀ ਰਿਸਪੈਕਟਫੁਲ ਪਰਸਨ ਉਹੀ ਮੰਨੇ ਜਾਂਦੇ ਜਿਨ੍ਹਾਂ ਦਾ ਬੋਲ ਬੁਲਾਰਾ ਬੜਾ ਚੰਗਾ ਹੁੰਦਾ ਹੈ। ਅਸੀਂ ਵੇਖਦੇ ਹਾਂ ਨਾ ਕਿ ਜੇ ਕੋਈ ਕੋੜੇ ਬੋਲ ਬੋਲਦਾ, ਸਮਾਜ ਦੇ ਅੰਦਰ ਵੀ ਅਸੀਂ ਦੇਖਦੇ ਹਾਂ ਹਉਮੈ ਅਧੀਨ ਹੋ ਕੇ ਬਹੁਤ ਵਾਰੀ ਅਸੀਂ ਬੋਲਦੇ ਰਹਿੰਦੇ ਹਾਂ, ਕੁੜੱਤਣ ਬੋਲਦੇ ਹਾਂ। ਜਿਸ ਬਸਤੀ ਦੇ ਵਿੱਚ ਰਹੀਏ, ਜਿਸ ਸ਼ਹਿਰ ਦੇ ਵਿੱਚ ਰਹੀਏ, ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਸਾਡਾ ਆਲਾ ਦੁਆਲਾ ਜੇ ਅਸੀਂ ਭੈੜੇ ਬੋਲ ਬੋਲਦੇ ਹਾਂ, ਕੁੜੱਤਣ ਬੋਲ ਬੋਲਦੇ ਹਾਂ ਤੇ ਐਬਿਊਸਿਵ ਲੈਂਗੁਏਜ ਯੂਜ਼ ਕਰਦੇ ਹਾਂ ਤੇ ਫਿਰ ਸਾਰੇ ਕਹਿੰਦੇ ਬਾਈ ਇਸ ਦੇ ਨਾਲ ਨਾ ਬੋਲਿਓ, ਬੜੀ ਇਸ ਦੀ ਜ਼ੁਬਾਨ ਬੜੀ ਗੰਦੀ ਜੇ। ਇਹ ਸਮਾਜਿਕ ਜੀਵਨ ਦੀ ਵੀ ਆਪਾਂ ਦੇਖਦੇ ਹਾਂ ਗਾਥਾ ਸਾਡੇ ਸਾਹਮਣੇ ਹੈ। ਇਸੇ ਤਰ੍ਹਾਂ ਹੀ ਜੇ ਸੰਸਾਰ ਦੇ ਅੰਦਰ ਵਿਚਰਦੇ ਹਾਂ, ਜੇ ਸਾਡਾ ਪ੍ਰੇਮ ਹੋਵੇ ਸਭ ਦੇ ਨਾਲ, ਸਾਡਾ ਸੁਭਾਅ ਮਿੱਠ ਬੋਲਣਾ ਹੋਵੇ ਤੇ ਸਾਨੂੰ ਸਾਰੇ ਸਾਨੂੰ ਲਾਈਕ ਕਰਦੇ ਹੈ, ਕਹਿੰਦੇ ਨਹੀਂ ਜੀ ਬੜਾ ਉਸਦਾ ਸੁਭਾਅ ਬੜਾ ਮਿੱਠਾ ਹੈ, ਬੜੇ ਪ੍ਰੇਮ ਦੇ ਨਾਲ ਬੋਲਦਾ ਹੈ, ਬੜੀ ਇੱਜ਼ਤ ਸਤਿਕਾਰ ਦਿੰਦਾ ਸਾਰਿਆਂ ਨੂੰ, ਤੇ ਫਿਰ ਇੱਜ਼ਤ ਸਤਿਕਾਰ ਸਾਨੂੰ ਵੀ ਮਿਲਦਾ। ਬਸ ਇਸੇ ਤਰ੍ਹਾਂ ਹੀ ਹੈ, ਜੇ ਸਾਡਾ ਬੋਲ ਬੁਲਾਰਾ ਚੰਗਾ ਹੋ ਜਾਏ ਤੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਵੀ ਸਾਨੂੰ ਇੱਜ਼ਤ ਮਿਲ ਸਕਦੀ ਹੈ। ਬਾਬਾ ਬੋਲੀਐ ਪੱਤ ਹੋਏ, ਨੀਚ ਕਰਮ ਬੈ ਰੋਏ। ਜਿਹੜੇ ਨੀਚ ਕਰਮਾਂ ਵਾਲੇ ਨੇ, ਉਤਮ ਸੇ ਦਰ ਉਤਮ ਕਹੀਏ, ਉਹ ਤੇ ਉਤਮ ਨੇ, ਪਰ ਨੀਚ ਕਰਮ ਬੈ ਰੋਏ, ਜਿਨ੍ਹਾਂ ਦੇ ਕਰਮ ਨੀਵੇਂ ਨੇ, ਭਾਵ ਜਿਨ੍ਹਾਂ ਦਾ ਬੋਲ ਬੁਲਾਰਾ ਫਿੱਕਾ ਹੈ, ਉਹਨਾਂ ਨੂੰ ਸਮਾਜਿਕ ਜੀਵਨ ਦੇ ਵਿੱਚ ਵੀ ਰੋਣਾ ਪੈਂਦਾ ਹੈ ਤੇ ਪਰਮਾਤਮਾ ਦੇ ਦਰ 'ਤੇ ਵੀ ਉਹਨਾਂ ਦੀ ਕੋਈ ਕਬੂਲਤਾ ਨਹੀਂ ਹੈ। ਕਹਿੰਦੇ ਫਿਰ ਐਸੇ ਕਿਹੜੇ ਨੇ ਜਿਨ੍ਹਾਂ ਦਾ ਫਿੱਕਾ ਬੋਲ ਬੁਲਾਰਾ ਹੈ, ਉਹਨਾਂ ਦੀ ਅਵਸਥਾ ਕੈਸੀ ਹੈ? ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਕਹਿੰਦੇ ਲੱਭ ਕੁੱਤਾ, ਲੱਭ ਹੁੰਦਾ ਚਸਕੇ, ਕੁੱਤੇ ਦੀ ਬਿਰਤੀ ਲੋਭੀ ਹੈ ਨਾ, ਕਹਿੰਦੇ ਚਸਕੇ ਪਏ ਹੋਏ ਨੇ ਇਹਨਾਂ ਨੂੰ, ਖਾਣ ਪੀਣ ਪਹਿਨਣ ਦੇ ਚਸਕੇ, ਬਸ ਮਸਤ ਨੇ ਉਸ ਪਾਸੇ। ਜਿਨ੍ਹਾਂ ਦਾ ਬੋਲ ਬੁਲਾਰਾ ਫਿੱਕਾ ਉਸੇ ਪਾਸੇ ਲੱਗੇ ਰਹਿਣਗੇ। ਇਸੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ, ਲੱਭ ਕੁੱਤਾ ਕੂੜ ਚੂੜਾ, ਅੰਦਰ ਚੂੜਾ ਹੈ, ਕੂੜ ਜੀਵਨ ਦੇ ਨਾਲ ਭਰਿਆ ਪਿਆ, ਕੂੜ ਹੀ ਕੂੜ ਹੈ ਅੰਦਰ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰਾਇਆ ਹੱਕ ਖਾਂਦੇ ਆ, ਠੱਗੀਆਂ ਕਰਦੇ ਆ, ਮਾਨੋ ਮੁਰਦਾਰ ਖਾਈ ਜਾ ਰਹੇ ਆ। ਉਹਨਾਂ ਦਾ ਬੋਲ ਬੁਲਾਰਾ ਕਿੱਥੋਂ ਮਿੱਠਾ ਹੋਣਾ ਹੈ? ਬਾਬਾ ਬੋਲੀਐ ਪੱਤ ਹੋਏ ਗੁਰੂ ਸਾਹਿਬ ਕਹਿੰਦੇ, ਲੇਕਿਨ ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ। ਕਹਿੰਦੇ ਪਰਾਈ ਨਿੰਦਾ ਇਹ ਮੈਲ ਤੇ ਉਹਨਾਂ ਦੇ ਮੂੰਹ ਦੇ ਵਿੱਚ ਹੈ, ਕਿੱਥੇ ਬੋਲ ਬੁਲਾਰਾ ਚੰਗਾ ਹੋਣਾ ਹੈ? ਅਗਨ ਕ੍ਰੋਧ ਚੰਡਾਲ, ਹਰ ਵੇਲੇ ਕ੍ਰੋਧ ਦੇ ਵਿੱਚ ਰਹਿੰਦੇ ਹੈ, ਗਾਲਾਂ ਕੱਢਦੇ ਹੈ, ਐਬਿਊਸਿਵ ਲੈਂਗੁਏਜ ਬੋਲਦੇ ਹੈ, ਕੋਈ ਅੱਗੋਂ ਗੱਲ ਕਰੇ ਤੇ ਉਸ ਨੂੰ 10 ਗੱਲਾਂ ਹੋਰ ਸੁਣਾਉਂਦੇ ਹੈ।
ਬੋਲ ਬੁਲਾਰਾ ਕਿੱਥੋਂ ਮਿੱਠਾ ਹੋਏਗਾ। ਰਸ ਕਸ ਆਪ ਸਲਾਹਣਾ, ਕਹਿੰਦੇ ਬਸ ਇਹ ਦੁਨੀਆ ਦੇ ਜਿਹੜੇ ਰਸ ਕਸ ਨੇ ਇਹਨਾਂ ਵਿੱਚ ਫਸਿਆ ਹੋਇਆ ਹੈ, ਲੇਕਿਨ ਫਿਰ ਵੀ ਆਪਣੀ ਸਲਾਹੁਤਾ ਕਰਦੇ ਆ ਜੀ ਸਾਡੇ ਵਰਗਾ ਕੌਣ ਹੈ। ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾ, ਕਹਿੰਦੇ ਇਸ ਤਰ੍ਹਾਂ ਦੇ ਕਰਮ ਬਣੇ ਹੋਏ ਹੈ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਕਹਿੰਦੇ ਜਿਨ੍ਹਾਂ ਦਾ ਬੋਲ ਬੁਲਾਰਾ ਫਿੱਕਾ ਹੈ, ਜਿਨ੍ਹਾਂ ਦੀ ਪਰਮਾਤਮਾ ਦੀ ਨਜ਼ਰ ਦੇ ਵਿੱਚ ਇੱਜ਼ਤ ਕੋਈ ਨਹੀਂ, ਸਮਾਜ ਦੇ ਵਿੱਚ ਕੋਈ ਇੱਜ਼ਤ ਨਹੀਂ, ਉਹਨਾਂ ਦਾ ਜਿਹੜਾ ਜੀਵਨ ਇਸ ਤਰ੍ਹਾਂ ਦਾ ਬਣਾ, ਰਸ ਸੋਇਨਾ ਰਸ ਰੂਪਾ ਕਾਮਣ, ਬਸ ਬਾਹਰਲੇ ਰਸਾਂ ਵਿੱਚ ਫਸੇ ਹੋਏ। ਸੋਨੇ ਨਾਲ ਪ੍ਰੇਮ ਹੈ, ਚਾਂਦੀ ਦੇ ਨਾਲ ਪ੍ਰੇਮ ਹੈ, ਘੋੜੇ ਤੇ ਹਾਥੀਆਂ ਦੇ ਨਾਲ, ਅੱਜ ਕੱਲ੍ਹ ਗੱਡੀਆਂ ਤੇ ਕਾਰਾਂ ਦੇ ਨਾਲ, ਮਕਾਨਾਂ ਦੇ ਨਾਲ, ਪਦਾਰਥਾਂ ਦੇ ਨਾਲ, ਇਹਨਾਂ ਰਸਾਂ ਵਿੱਚ ਫਸੇ ਹੋਏ। ਤੇ ਨਾਮ ਕਿੱਥੋਂ ਜਾਏਗਾ। ਨਾਮ ਨਾਲ ਹੀ ਤੇ ਅੰਦਰ ਪ੍ਰੇਮ ਰਸ ਪੈਦਾ ਹੋਏਗਾ, ਬੁਲਾਰਾ ਚੰਗਾ ਹੋਏਗਾ, ਬੁਲਾਰਾ ਉੱਤਮ ਹੋਏਗਾ, ਫਿੱਕੇ ਬੋਲ ਖਤਮ ਹੋਣਗੇ ਤੇ ਮਿਠਾਸ ਭਰੀ ਜਾਏਗੀ। ਕਹਿ ਘਟ ਨਾਮ ਨਿਵਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਤੇ ਫਿਰ ਗੁਰੂ ਸਾਹਿਬ ਕਹਿੰਦੇ ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਨ, ਹੈ ਮੇਰੇ ਮੂਰਖ ਮਨ ਇਸ ਗੱਲ ਨੂੰ ਧਿਆਨ ਨਾਲ ਸੁਣ ਕਿ ਫਿੱਕਾ ਬੋਲ ਦੇ ਨਾਲ ਖੁਆਰੀ ਹੀ ਨਸੀਬ ਹੁੰਦੀ ਹੈ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਜਿਸ ਬੋਲ ਬੁਲਾਰੇ ਦੇ ਨਾਲ ਇੱਜ਼ਤ ਮਿਲੇ ਸਮਾਜ ਦੇ ਵਿੱਚ ਵੀ, ਤੇ ਤੈਨੂੰ ਪਰਮਾਤਮਾ ਦੇ ਦਰ ਤੇ ਵੀ ਇੱਜ਼ਤ ਮਿਲੇਗੀ, ਉਹੀ ਬੋਲਿਆ ਪ੍ਰਵਾਨ ਹੈ। ਫਿੱਕਾ ਬੋਲ ਛੱਡ ਦੇ, ਤੂੰ ਛੱਡ ਦੇ। ਤਿੰਨ ਮੱਤ ਤਿੰਨ ਪੱਤ ਤਿੰਨ ਧਨ ਪੱਲੇ, ਜਿਨ ਹਿਰਦੈ ਰਿਆ ਸਮਾਏ, ਕਹਿੰਦੇ ਫਿਰ ਉਹਨਾਂ ਦੀ ਮੱਤ ਵੀ ਉੱਚੀ ਹੋ ਜਾਂਦੀ ਹੈ, ਉਹਨਾਂ ਦੀ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ। ਤਿੰਨ ਮੱਤ ਤਿੰਨ ਪੱਤ ਤਿੰਨ ਮੱਤ ਤਿੰਨ ਪੱਤ ਤਿੰਨ ਧਨ ਪੱਲੇ, ਜਿਨ ਹਿਰਦੈ ਰਿਆ ਸਮਾਏ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਤੇ ਉਹਨਾਂ ਦੇ ਧਨ ਪਦਾਰਥ ਵੀ ਸਫਲ ਨੇ, ਉਹਨਾਂ ਦੀ ਮੱਤ ਵੀ ਉੱਚੀ ਹੋ ਜਾਂਦੀ ਹੈ ਤੇ ਬੋਲ ਬੁਲਾਰੇ ਦੇ ਵਿੱਚੋਂ ਫਿੱਕਾ ਬੋਲ ਨਹੀਂ ਨਿਕਲਦਾ ਹੈ। ਗੁਰੂ ਸਾਹਿਬ ਨੇ ਆਸਾ ਕੀ ਵਾਰ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਦੋਂ ਵੀ ਬੋਲ ਬੁਲਾਰਾ ਫਿੱਕਾ ਹੋਏਗਾ ਤੇ ਸਾਰਾ ਜੀਵਨ ਹੀ ਸਮਝੋ ਇਹਨੇ ਫਿੱਕੇ ਰਸਾਂ ਦੇ ਨਾਲ ਭਰਿਆ ਜਾਏਗਾ, ਸਾਡਾ ਜੀਵਨ ਹੀ ਕੁੜੱਤਣ ਦੇ ਨਾਲ ਭਰਿਆ ਜਾਏਗਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਸੁਭਾਅ ਫਿੱਕਾ ਬਣ ਜਾਏਗਾ। ਉਸ ਨੂੰ ਸਾਰੇ ਕਹਿਣਗੇ ਨਹੀਂ ਇਹ ਫਿੱਕੇ ਬੋਲ ਬੁਲਾਰੇ ਵਾਲਾ। ਫਿੱਕਾ ਦਰਗਾਹ ਸੱਟੀਐ ਮੂੰਹ ਥੁੱਕਾਂ ਫਿੱਕਾ ਪਾਏ, ਕਹਿੰਦੇ ਉਸ ਦੇ ਮੂੰਹ ਦੇ ਉੱਪਰ ਮਾਣੋ ਥੁੱਕਾਂ ਪੈਂਦੀਆਂ। ਜਿਸ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ, ਪਾਣਾ ਜੁੱਤੀਆਂ, ਕਹਿੰਦੇ ਉਸ ਨੂੰ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਭਾਵ ਇਸ ਸਮਾਜਿਕ ਜੀਵਨ ਦੇ ਵਿੱਚੋਂ ਜੁੱਤੀਆਂ ਹੀ ਪੈਂਦੀਆਂ, ਭਾਈ ਇਸ ਦੇ ਨਾਲ ਨਾ ਬੋਲਿਓ, ਬੜਾ ਫਿੱਕਾ ਬੋਲਦਾ ਹੈ। ਹੁਣ ਇਸ ਤਰ੍ਹਾਂ ਦੇ ਫਿੱਕੇ ਬੋਲ ਬੁਲਾਰੇ ਦੇ ਨਾਲ ਸਾਡਾ ਜੀਵਨ ਕਦੀ ਵੀ ਉਸ ਪ੍ਰੇਮ ਸਰੂਪ ਦੇ ਨਾਲ ਨਹੀਂ ਮਿਲ ਸਕਦਾ। ਤੇ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਭਾਈ ਕੀ ਕਰ ਤੂੰ, ਸਾਡੇ ਅੰਦਰ ਮਿਠਾਸ ਕਿਵੇਂ ਪੈਦਾ ਹੋਏ, ਕਿਵੇਂ ਪੈਦਾ ਹੋਏ। ਕਹਿੰਦੇ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇ ਥਾਓ। ਕਹਿੰਦੇ ਉਹ ਜਿਹੜਾ ਪ੍ਰਮਾਤਮਾ ਹੈ ਨਾ ਪ੍ਰੇਮ ਸਰੂਪ, ਜਿਸ ਦੀ ਬੋਲੀ ਮਿੱਠੀ ਹੈ, ਮਿਠਾਸ ਦੇ ਨਾਲ ਭਰਿਆ ਹੋਇਆ ਹੈ, ਗੁਣਾ ਭਰਪੂਰ ਹੈ, ਰਸ ਦੇ ਨਾਲ ਭਰਪੂਰ ਹੈ, ਉਸ ਪਰਮਾਤਮਾ ਦੇ ਮਿੱਠੇ ਗੁਣ ਗਾ ਤੂੰ। ਇਸ ਰਸਨਾ ਦੇ ਨਾਲ ਬੋਲ ਤੇ ਸਹੀ, ਬੋਲ ਦੇਖ ਤੇਰਾ ਬੁਲਾਰਾ ਕਿਵੇਂ ਮਿੱਠਾ ਹੋਏਗਾ। ਇਸ ਲਈ ਅਸੀਂ ਕਹਿੰਦੇ ਆ ਨਾ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ, ਇਹ ਬੜੀ ਮਿੱਠੀ ਹੈ। ਜਿਹੜੇ ਇਸ ਬਾਣੀ ਨੂੰ ਪੀਂਦੇ ਹੈ ਬੋਲਦੇ ਹੈ, ਆਤਮਿਕ ਰਸ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ। ਹੁਣ ਕਿਆ ਅਸੀਂ ਦੇਖਦੇ ਹਾਂ ਕਿ ਇਹ ਬੋਲ ਬੁਲਾਰਾ ਸਾਡਾ ਮਿੱਠਾ ਕਰਨ ਦੇ ਲਈ ਗੁਰੂ ਸਾਹਿਬਾਨ ਨੇ ਇੱਕ ਅਸੀਮ ਬਖਸ਼ਿਸ਼ ਸਾਡੇ ਜੀਵਨ ਦੇ ਕੀਤੀ ਹੈ ਕਿ ਪਰਮਾਤਮਾ ਦੀ ਜਿਹੜੀ ਇਹ ਬੋਲਣਾਈ ਹੈ ਨਾ, ਮਿੱਠੇ ਬੋਲ ਨੇ, ਉਹਨਾਂ ਨੂੰ ਬਾਣੀ ਰਾਹੀਂ ਸਾਡੀ ਝੋਲੀ ਵਿੱਚ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਕਿਤਨੀ ਮਿਠਾਸ ਹੈ ਇਸ ਦੇ ਵਿੱਚ ਭਰੀ ਹੋਈ। ਹੁਣ ਇਸ ਤੋਂ ਇਹ ਭਾਵ ਨਹੀਂ ਕਿ ਗੁਰੂ ਸਾਹਿਬਾਨ ਨੇ ਜੋ ਬਾਣੀ ਲਿਖੀ ਹੈ ਉਹ ਗੁਰਮੁਖੀ ਹੈ, ਪੰਜਾਬੀ, ਲੇਕਿਨ ਇਸ ਦੇ ਵਿੱਚ ਦੂਸਰੀਆਂ ਜ਼ੁਬਾਨਾਂ ਵੀ ਨੇ। ਇਸ ਤੋਂ ਇਹ ਭਾਵ ਨਹੀਂ ਕਿ ਗੁਰੂ ਸਾਹਿਬ ਨੇ ਸਾਨੂੰ ਕੇਵਲ ਇਸ ਬਾਣੀ ਦੇ ਰਾਹੀਂ ਕਿਹਾ ਕਿ ਬਈ ਪਰਮਾਤਮਾ ਕੋਈ ਖਾਸ ਬੋਲੀ ਬੋਲਦਾ ਹੈ, ਕਿਸੇ ਖਾਸ ਬੋਲੀ ਨੂੰ ਪ੍ਰੇਮ ਕਰਨ ਵਾਲਾ ਹੈ, ਕਿਸੇ ਖਾਸ ਬੋਲੀ ਰਾਹੀਂ ਹੀ ਉਸ ਪਰਮਾਤਮਾ ਮਿੱਠ ਸਰੂਪ ਮਿੱਠ ਬੋਲੜੇ ਦੇ ਨਾਲ ਸਾਂਝ ਕਾਇਮ ਕੀਤੀ ਜਾ ਸਕਦੀ ਹੈ।
ऐसा नहीं है। लेकिन ये बोली गुरु साहिबान ने उस वक्त इसका प्रयोग किया क्योंकि सरल भाषा सी और भारती उप महाद्वीप के अंदर बड़ी ਵੱਡੇ ਪੱਧਰ ਤੇ ਇਹ ਬੋਲੀ ਬੋਲੀ ਜਾਂਦੀ ਸੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਗੁਰਮੁਖੀ ਹੈ ਉੱਥੇ ਹਿੰਦੀ ਵੀ ਹੈ, ਬ੍ਰਿਜ ਭਾਸ਼ਾ ਵੀ ਹੈ, ਮਰਾਠੀ ਵੀ ਹੈ, ਅਰਬੀ ਵੀ ਹੈ, ਫਾਰਸੀ ਵੀ ਹੈ, ਸੰਸਕ੍ਰਿਤ ਵੀ ਹੈ। ਇਹ ਸੁਮੇਲ ਹੈ ਬਾਣੀਆਂ ਦਾ। ਜੋ ਬਾਣੀਆਂ ਨੇ ਇਹ ਕਿਤਨੀਆਂ ਲੈਂਗੁਏਜਸ ਨੇ ਇਸ ਦੇ ਅੰਦਰ। ਅਸੀਂ ਦੇਖੀਏ ਤਾਂ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਮਤਾ ਕੈਸੀ ਹੈ। ਅੱਜ ਅਸੀਂ ਕਹਿੰਦੇ ਆ ਨਾ ਕਿ ਬਈ ਪੰਜਾਬੀ ਜਿਹੜੀ ਹੈ ਸਾਨੂੰ वो एक ऑफिशियल लैंग्वेज डिक्लेयर करो। कितनी नफरत है, कितनी ईर्खा है। लेकिन देखिए तो सही कि संसार के अंदर वाहिद एक धर्म है जिहड़ा सारे समाज नूं अपने कलावे दे विच लैण वाला है। तो उसका मूल की है? धन गुरु ग्रंथ साहिब जी। कितना प्रेम, कितना रस, कितनियां बोलियां, कितने सभ्याचार ਸਮੇਟ ਕੇ ਬੈਠਾ ਧੰਨ ਗੁਰੂ ਗ੍ਰੰਥ ਸਾਹਿਬ ਜੀ। ਤੇ ਤੁਸੀਂ ਇੱਕ ਬੋਲੀ ਦੇ ਨਾਲ ਨਫ਼ਰਤ ਕਰੋ। ਅਸੀਂ ਅੱਜ ਕਿਤਨਾ ਹਰ ਕੋਈ ਨਾ ਕੋਈ ਪ੍ਰੋਟੈਸਟ ਹੁੰਦਾ ਜੀ ਪੰਜਾਬੀ ਬੋਲੀ ਨੂੰ ਆਫੀਸ਼ੀਅਲ ਡਿਕਲੇਅਰ ਕਰੋ ਜੀ। ਲੇਕਿਨ ਨਹੀਂ, ਜਿਨ੍ਹਾਂ ਦੇ ਅੰਦਰ ਨਫ਼ਰਤ ਹੋਏਗੀ ਉਹ ਬਾਹਰਲੇ ਤਲ ਤੇ ਤਾਂ ਦੁਨੀਆ ਨੂੰ ਕੁਝ ਵੀ ਕਹਿੰਦੇ ਰਹਿਣ, ਨਫ਼ਰਤ ਦੇ ਨਾਲ ਕਦੇ ਵੀ ਪਰਮਾਤਮਾ ਨਾਲ ਨਹੀਂ ਮਿਲ ਸਕਣਗੇ। परमात्मा दे नाल मिलण दा इक्को ही तरीका है, साची बाणी मीठी अमृत धार जिन पीती तिस मोख द्वार। और गुरु साहिबान ने साडे अंदर ये मिठास भरन दे लई सानू देखो बाहरले तल ते भी इन्हां चीज़ां दे नाल सानू जोड़िया। असी एक ते बाणी मिठी है साडी, तुसी बाणी सुणदे हो। जपजी साहब बंदा करदा पूरी उम्र करदा, साडे नेम दा एक हिस्सा है जिस बाणी दी आपां विचार कर रहे हाँ। कदी कोई बंदा कहता कि नहीं मैं जपजी साहब पढ़ के हुण थक गया, कदी कहता। एक शब्द तुसी दरबार साहब असी सुनते हैं देखते हैं, रागी अक्सर शब्द रिपीट करते हैं। एक रागी साहिबान कोई शब्द गा के उठते हैं तो अद्धे पौने घंटे या घंटे बाद दूसरे रागी साहब जदों चेंज होंदे है, वारी बदलती है, उही शब्द अगर दूसरे रागी साहिबान गाण, अजकल बसंत राग शुरू होया हुण कल तों, तो इक्को शब्द जिहड़ा है कई रागी साहिबान रिपीट करते हैं। कभी असी कहा कि नहीं असी अक गए नहीं, असी थक गए हुण ये शब्द सुन के, क्योंकि परमात्मा इनफिनिट है, उसकी बोली भी इनफिनिट है। जिस बोली राही गुरु साहिबान ने सानू उस परमात्मा के बोल लिया के दिते वो भी इनफिनिट ने, कभी अकांगे नहीं, कदे साढ़े अंदर वो रस खत्म नहीं होएगा, बेरसे नहीं होवांगे। ज्यों ज्यों सुनांगे होर होर रस आएगा, होर होर रस आएगा, रस भरपूर है ये बाणी। तो इस तरह असी देखते हैं बाणी मिठी, फिर असी उन्हें अरदास करांगे तो फिर कड़ाह प्रसाद की देग लवांगे, वो भी मिठा मिठास है। फिर असी देखते हैं कि जदों अमृत छकाया जाता है तो अमृत के विच भी गुरु साहिबान ने मिठास भर दी। अमृत की चूली असी लैंदे हैं तो कितने मिठास है उसके अंदर। बाहरले तल ते भी गुरु साहिबान ने यह मिठास साडे जीवन दे विचों भरी ताकि साडे अंदरों मिठास निकले, क्योंकि सोमा अंदर पिया होया है। सोमा अंदर, जिवें गुरु साहब कहते ना, अंतर खूटा अमृत भरिया शब्द है काड़ पीए पनहारी। अंदर खूह है साडे अंदर। ये मत कहो कि साडे अंदर नफरत है, साडे अंदर प्रेम भी है, खूह है भरिया होया प्रेम का। लेकिन इस खूह नूं गेड़न की लोड़ है तो गेड़िया जाएगा बाणी दे नाल, नाम दे नाल। ये बाहरलियां चीज़ां भी गुरु साहब ने सानू अमृत दे के ना साड़ियाँ अखां दे भी छटे मारे तो अमृतमई बना दित्तियां। इस जुबान दे अंदर, इस जुबान ते चूल्हे जदों दिते अमृत दे ते इसकी सारी बिख बाहर कढ़ दिती है। इस दसम द्वार दे भी छिटे मारे तो साड़ी भैड़ी मत वो बोल बुलारा बाहर कढ़ दिता, अमृतमई बना दिता जीवन सारा। हुण जदों इस अमृतमई जीवन साडे बन जाता है तो फिर की होंदा है, हौली 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 सानू एहसास होंदा है कि परमात्मा जिहड़ा है वो मिठास दे नाल भरिया हो। इसी असी वेखीए तो परमात्मा नूं असी किवें महसूस करांगे? वो तो निराकार है, उसकी किहड़ी बोली है, उस दे नाल किहड़े बोल असी बोल सकते हैं। लेकिन अक्सर विद्वान ये गल कहते हैं कि जदों बाणी पढ़ो ना, इस तरीके दे नाल पढ़ो कि तुसी बातां गुरु दे नाल कर रहे हो। असी उस तरीके दे नाल नहीं पढ़दे बाणी। असी विचार कर चुके हैं कि वाशरूम दे विच इशनान करदे हैं जपजी साहब का पाठ खत्म हो जाता है तो सानू
ਇਹ ਗੱਲ ਅਕਸਰ ਸਮਝਾਈ ਜਾਂਦੀ ਹੈ ਕਿ ਬਾਣੀ ਜਦੋਂ ਪੜ੍ਹਨੀ ਹੋਵੇ ਤੇ ਇਸ ਤਰੀਕੇ ਨਾਲ ਕਰੋ, ਸਮਝੋ ਕਿ ਮੇਰਾ ਗੁਰੂ ਮੇਰੇ ਸਾਹਮਣੇ ਬੈਠਾ ਹੈ, ਸਮਝੋ ਕਿ ਪਰਮਾਤਮਾ ਮੇਰੇ ਸਾਹਮਣੇ ਬੈਠਾ ਹੈ, ਮੈਂ ਬਾਤ ਗੁਰੂ ਦੇ ਨਾਲ ਕਰ ਰਿਹਾ ਹਾਂ, ਮੈਂ ਬਾਤ ਪਰਮਾਤਮਾ ਦੇ ਨਾਲ ਕਰ ਰਿਹਾ ਹਾਂ। ਫਿਰ ਦੇਖੋ ਅਹਿਸਾਸ ਹੁੰਦਾ ਹੈ ਕਿ ਉਹ ਪਰਮਾਤਮਾ ਕਿਤਨਾ ਮਿੱਠ ਬੋਲਣਾ ਹੈ। ਲਗੜਾ ਸੋਨੇ ਮਨ ਮੰਜਾਹੂ ਰਤਿਆਂ, ਗੁਰੂ ਸਾਹਿਬ ਕਹਿੰਦੇ ਆ ਲਗੜਾ ਸੋਨੇ, ਨੇ ਕਹਿੰਦੇ ਪ੍ਰੇਮ ਨੂੰ। ਪ੍ਰੇਮ ਤਾਂ ਲੱਗੇਗਾ ਮਨ ਮੰਜਾਹੂ ਰਤਿਆਂ, ਜੇ ਮਨ ਦੇ ਵਿੱਚ ਮਨ ਰਤਿਆ ਜਾਏਗਾ ਉਸ ਦੇ ਨਾਲ। ਇਸ ਤਰੀਕੇ ਦੇ ਨਾਲ ਬਾਣੀ ਪੜੋ। ਮਨ ਮੰਜਾਹੂ ਰਤਿਆਂ ਵਿਦੜੋ ਸੱਚ ਥੋਕ, ਨਾਨਕ ਮਿਠੜਾ ਸੋ ਧਨੀ। ਆਹਾ, ਗੁਰੂ ਸਾਹਿਬ ਕਹਿੰਦੇ ਆ ਵਾਹ। ਕਹਿੰਦੇ ਵਿਦੜਾ ਸੱਚ ਥੋਕ, ਜਦੋਂ ਮਨ ਰਤਿਆ ਜਾਏ ਨਾ ਉਸ ਪਰਮਾਤਮਾ ਦੀ ਬਾਣੀ ਦੇ ਨਾਲ, ਸਿਫਤ ਸਲਾਹ ਦੀ ਬਾਣੀ ਦੇ ਨਾਲ ਸਿਫਤ ਸਲਾਹ ਕਰਦਿਆਂ ਕਰਦਿਆਂ ਵਿਦੜੋ ਸੱਚ ਥੋਕ, ਫਿਰ ਪਤਾ ਲੱਗਦਾ ਹੈ ਕਿ ਨਾਮ ਰੂਪੀ ਪਦਾਰਥ ਜਿਹੜਾ ਹੈ, ਇਸ ਰਾਹੀਂ ਅਹਿਸਾਸ ਹੁੰਦਾ ਹੈ ਮਿਠੜਾ ਸੋ ਧਨੀ, ਉਹ ਪਰਮਾਤਮਾ ਮਿਠਾਸ ਦੇ ਨਾਲ ਭਰਿਆ ਹੋਇਆ ਹੈ। ਹੁਣ ਜਦੋਂ ਇਸ ਮਿਠਾਸ ਦੇ ਨਾਲ ਜੀਵਨ ਭਰਿਆ ਜਾਂਦਾ ਤੇ ਇੱਕ ਐਸੀ ਅਵਸਥਾ ਬਣਦੀ ਹੈ ਜਿੱਥੇ ਆਪਾ ਭੇਟ ਕਰਨ ਨੂੰ ਦਿਲ ਕਰਦਾ ਹੈ, ਮਨ ਕਰਦਾ ਹੈ। ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦਿਨ ਮਨਾਏ ਗਏ। ਪ੍ਰੇਮ ਸਰੂਪ ਜਦੋਂ ਬੰਦਾ ਹੁੰਦਾ ਹੈ, ਮੋਹ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਮੋਹ ਹੈ ਆਪਣੇ ਘਰ ਦੀ ਚਾਰ ਦੀਵਾਰੀ, ਮੇਰਾ ਪਰਿਵਾਰ, ਮੇਰਾ ਮਕਾਨ, ਮੇਰੀਆਂ ਗੱਡੀਆਂ, ਮੇਰੀਆਂ ਕਾਰਾਂ, ਮੇਰੀ ਜ਼ਮੀਨ, ਮੇਰੇ ਪਲਾਟ, ਮੇਰਾ ਸਮਾਜ, ਮੇਰੇ ਪਰਿਵਾਰ ਜਾਂ ਮੇਰੇ ਧੀਆਂ ਪੁੱਤਰ ਜਾਂ ਮੇਰੇ ਦੋਸਤ ਮਿੱਤਰ। ਇਹ ਬੰਦਿਸ਼ ਹੈ, ਇਹ ਮੋਹ ਹੈ। ਲੇਕਿਨ ਜਦੋਂ ਇਹ ਮੋਹ ਦੀਆਂ ਜ਼ੰਜੀਰਾਂ ਦੇ ਵਿੱਚੋਂ ਬਾਹਰ ਨਿਕਲਦਾ ਤੇ ਫਿਰ ਉਹ ਪ੍ਰੇਮ ਦੇ ਵਿੱਚ ਆਉਂਦਾ ਹੈ। ਪ੍ਰੇਮ ਦੇ ਵਿੱਚ ਕੀ ਹੈ? ਆਪਾ ਭੇਟ ਕਰਨ ਦੀ ਸਿਖਰਤਾ ਤੱਕ ਬੰਦਾ ਪਹੁੰਚ ਜਾਂਦਾ ਹੈ, ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਉਹ ਆਪਣਾ ਕੋਈ ਸਮਝਦਾ ਹੀ ਨਹੀਂ, ਉਸਦੀ ਆਪਣੀ ਇੱਛਾ ਨਹੀਂ ਰਹਿੰਦੀ। ਫਿਰ ਉਹ ਪਰਮਾਤਮਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ, ਜਿਹੜੀ ਹੁਕਮ ਵਾਲੀ ਗੱਲ ਹੈ, ਜਿਹੜੀ ਨਿਯਮ ਵਾਲੀ ਗੱਲ ਹੈ, ਜਿਹੜੀ ਰਜ਼ਾ ਵਾਲੀ ਗੱਲ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੰਦਰ ਮੋਹ ਨਹੀਂ ਹੈ। ਉਹਨਾਂ ਦੇ ਸਾਹਮਣੇ ਦੋ ਕੁਰਬਾਨ ਹੋ ਰਹੇ ਹੈ, ਦੋ ਆਪਣੀਆਂ ਅੱਖਾਂ ਤੋਂ ਦੂਰ ਕਿਤੇ ਨੀਹਾਂ ਦੇ ਵਿੱਚ ਚਿਣੇ ਜਾ ਰਹੇ ਹੈ। ਜੇ ਉਹਨਾਂ ਦੇ ਅੰਦਰ ਮੋਹ ਹੁੰਦਾ ਤੇ ਕੁਰਬਾਨ ਨਾ ਹੁੰਦੇ। ਅੱਜ ਅਸੀਂ ਅਕਸਰ ਗੱਲ ਕਰਦੇ ਹਾਂ ਨਾ, ਜਦੋਂ ਵੀ ਮੁਲਕਾਂ ਦੀ ਲੜਾਈ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਕੋਈ ਪ੍ਰਾਈਮ ਮਿਨਿਸਟਰ ਹੋਏਗਾ, ਪ੍ਰੈਜ਼ੀਡੈਂਟ ਹੋਏਗਾ ਜਾਂ ਉੱਚੇ ਉੱਚੇ ਅਹੁਦਿਆਂ 'ਤੇ ਹੋਣਗੇ, ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਦੀ ਰੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਮੋਹ ਹੈ, ਪਕੜ ਹੈ, ਭਈ ਮੇਰੇ ਪਰਿਵਾਰ ਨੂੰ ਕੁਝ ਨਹੀਂ ਹੋਣਾ ਚਾਹੀਦਾ। ਤੇ ਜਦੋਂ ਮੋਹ ਦੀਆਂ ਜੰਜੀਰਾਂ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਬੰਦਾ, ਤੇ ਫਿਰ ਉਹ ਜਦੋਂ ਪ੍ਰੇਮ ਦੀ ਖੇਡ ਖੇਡਦਾ ਤੇ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਮੇਰੇ ਚਾਰ ਅੱਜ ਕੁਰਬਾਨ ਹੋਣਗੇ, ਇਹ ਲੱਖਾਂ ਦੀ ਆਜ਼ਾਦੀ ਦਾ ਰਾਹ ਖੋਲਣਗੇ। ਇਹ ਹੈ ਪ੍ਰੇਮ। ਹੁਣ ਜਦੋਂ ਇਹ ਪ੍ਰੇਮ ਦੇ ਵਿੱਚ ਬੰਦਾ ਵਿਚਰਦਾ ਹੈ ਤੇ ਪ੍ਰੇਮ ਦੇ ਵਿੱਚ ਚਿੱਤ, ਮਨ, ਤਨ, ਇਹ ਦਸਮ ਦੁਆਰ ਸਭ ਕੁਝ ਖੁੱਲ੍ਹ ਜਾਂਦਾ ਹੈ। ਇਸ ਦੇ ਦੁਆਰ ਖੁੱਲ੍ਹਦੇ ਹੈ, ਮਨ ਆਪਣੇ ਦਰਵਾਜ਼ੇ ਖੋਲ੍ਹਦਾ ਤੇ ਇਹ ਵਿਕਾਰਾਂ ਨੂੰ ਬਾਹਰ ਕੱਢਦਾ ਹੈ ਤੇ ਉਹਨਾਂ ਚੰਗੇ ਫੁਰਨੇ ਇਸ ਦੇ ਅੰਦਰ ਉੱਠਣਾ ਸ਼ੁਰੂ ਹੋ ਜਾਂਦੇ ਹੈ। ਮਨ ਪਹਿਲਾਂ ਭਟਕਦਾ ਸੀ, ਹੁਣ ਨਹੀਂ ਭਟਕਦਾ, ਹੁਣ ਟਿਕਾ ਵਿੱਚ ਆ ਜਾਂਦਾ ਹੈ। ਚਿੱਤ ਬੁੱਧੀ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਸ ਜਾਂਦੀ ਹੈ ਤੇ ਇਹ ਚਿੱਤ ਜਿਹੜਾ ਉਸ ਗਗਨ ਦੁਆਰ ਦੇ ਵਿੱਚੋਂ ਬਾਹਰ ਨਿਕਲ ਕੇ ਬ੍ਰਹਿਮੰਡ ਦੀ ਸੋਚ ਆਪਣੇ ਅੰਦਰ ਧਾਰਨ ਕਰਦਾ ਹੈ, ਆਪਣਾ ਆਪ ਭੇਟ ਕਰਨ ਦੀ ਉਸ ਸਿਖਰਤਾ ਤੱਕ ਪਹੁੰਚ ਜਾਂਦਾ ਹੈ। ਬਸ ਜਦੋਂ ਇਸ ਸਿਖਰਤਾ 'ਤੇ ਪਹੁੰਚਦਾ ਹੈ ਤੇ ਫਿਰ ਇਹ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਇਹ ਅਹਿਸਾਸ ਹੁੰਦਾ ਹੈ, ਉਹ ਜਿਹੜਾ ਪ੍ਰੇਮ ਸਰੂਪ ਪਰਮਾਤਮਾ ਹੈ ਉਸ ਦੇ ਅੱਗੇ ਮੈਂ ਆਪਣਾ ਆਪ ਭੇਟ ਕਰਕੇ ਹੀ ਉਸ ਦੇ ਨਾਲ ਮਿਲ ਸਕਦਾ ਹਾਂ। ਹੋਰ ਕੋਈ ਤਰੀਕਾ ਨਹੀਂ, ਕਿਉਂਕਿ ਦਾਤਾਂ ਤੇ ਮੈਨੂੰ ਉਹ ਦਿੰਦਾ, ਮੈਨੂੰ ਦਾਤਾਂ ਦੇਣ ਵਾਲਾ ਉਹ ਹੈ। ਹੁਣ ਗੁਰੂ ਸਾਹਿਬ ਨੇ ਇਹ ਗੱਲ ਕਹੀ ਨਾ, ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਕਿਹੜੀ ਚੀਜ਼ ਉਸ ਦੇ ਅੱਗੇ ਰੱਖੀਏ? ਉਸ ਦਾ ਦਰਬਾਰ ਸਾਨੂੰ ਮਿਲ ਪਵੇ, ਉਸ ਦੇ ਦੀਦਾਰ ਸਾਨੂੰ ਹੋ ਜਾਣ, ਉਸ ਦੇ ਨਾਲ ਇਕਮਿਕਤਾ ਸਾਡੀ ਹੋ ਜਾਏ। ਕਿਆ ਉਹ ਸਾਨੂੰ, ਮੈਂ ਕਿਸੇ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ, ਪਰਮਾਤਮਾ ਨੇ ਮੈਨੂੰ ਇਹ ਦਿੱਤੀ, ਉਸਨੇ ਬਖਸ਼ਿਸ਼ ਕੀਤੀ ਹੈ। ਕੋਈ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈ, ਕੋਈ ਕਾਰ ਵਿਹਾਰ ਕਰ ਰਿਹਾ ਹੈ, ਮੇਰਾ ਆਪਣੀ ਮਿਹਨਤ ਦਾ ਸਿੱਟਾ ਨਹੀਂ ਹੈ। ਬਸ ਸਿੱਖੀ ਦੇ ਵਿੱਚ ਇਹ ਫਰਕ ਹੈ, ਮਿਹਨਤ ਆਪਾਂ ਕਰਦੇ ਹਾਂ, ਬਖਸ਼ਿਸ਼ ਉਸ ਪਰਮਾਤਮਾ ਦੀ ਹੈ। ਕਈ ਵਾਰੀ ਬੰਦਾ ਕਹਿੰਦਾ ਨਹੀਂ ਮੈਂ ਕੀਤਾ, ਮੈਂ ਪੜ੍ਹਾਈ ਕੀਤੀ ਹੈ, ਮੈਂ ਇੱਥੇ ਤੱਕ ਪਹੁੰਚਿਆ, ਮੈਂ ਇਤਨਾ ਕੁਝ ਬਣਾਇਆ, ਉਹ ਮੈਂ ਹੈ। ਲੇਕਿਨ ਜਦੋਂ ਇਸ ਪ੍ਰੇਮ ਦੇ ਵਿੱਚ ਆ ਜਾਂਦਾ ਬੰਦਾ, ਉਸਦੇ ਅੰਦਰੋਂ ਹਉਮੈ ਦੀਆਂ ਦੀਵਾਰਾਂ ਟੁੱਟ ਜਾਂਦੀਆਂ। ਉਹ ਕਹਿੰਦਾ ਜੋ ਕੁਝ ਮੈਂ ਹਾਂ ਸੱਚੇ ਪਾਤਸ਼ਾਹ ਤੇਰੀ ਦਿੱਤੀ ਹੋਈ ਦਾਤ ਹੈ। ਹੁਣ ਜਦੋਂ ਅਸੀਂ ਉਸ ਕੋਲੋਂ ਕੁਝ ਚੀਜ਼ਾਂ ਲੈ ਕੇ
ਜਿਵੇਂ ਉਹ ਦੂਜੇ ਦਾਨ ਦੀ ਗੱਲ ਕਰਦੇ ਆ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਮੈਂ ਇੱਥੇ ਕੁਝ ਚੀਜ਼ ਦਿੱਤੀ ਹੈ, ਉਹ ਦਾਨ ਪੁੰਨ ਦੀ ਗੱਲ ਕਰਦੇ ਆ, ਦੂਜਿਆਂ ਦੇ ਅੰਦਰ ਦਾਨ ਪੁੰਨ ਦੀ ਗੱਲ ਸੀ। ਕਹਿੰਦੇ ਸਨ ਜੀ ਪਰਮਾਤਮਾ ਨੇ ਇਹ ਦਿੱਤੀ, ਅਸੀਂ ਦਾਨ ਪੁੰਨ ਕਰ ਰਹੇ ਹਾਂ, ਕਿਸੇ ਗਰੀਬ ਦੀ ਮਦਦ ਕਰ ਰਹੇ ਹਾਂ, ਦਾਨ ਦਿੱਤਾ ਹੈ ਜੀ। ਉਹ ਜਿਵੇਂ ਲੜਕੀ ਦੀ ਸ਼ਾਦੀ ਕਰਦੇ ਨਾ, ਉਸ ਨੂੰ ਵੀ ਕਨਿਆ ਦਾਨ ਕਹਿੰਦੇ ਆ, ਕਹਿੰਦੇ ਭਾਈ ਬੜਾ ਫਲ ਪ੍ਰਾਪਤ ਹੋਏਗਾ। ਸਿੱਖੀ ਦੇ ਅੰਦਰ ਦਾਨ ਪੁੰਨ ਨਹੀਂ ਹੈ, ਸਿੱਖੀ ਦੇ ਅੰਦਰ ਸੇਵਾ ਹੈ। ਗੁਰੂ ਸਾਹਿਬ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ। ਪਰਮਾਤਮਾ ਨੇ ਸੰਸਾਰ ਪੈਦਾ ਕੀਤਾ ਹੈ, ਤੇ ਤੂੰ ਇਹ ਦੇਖ ਕਿ ਪਰਮਾਤਮਾ ਸਭ ਨੂੰ ਰੋਜ਼ੀ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ। ਕੋਈ ਅਗਰ ਕਿਸੇ ਦੀ ਸਮਰੱਥਾ ਇਤਨੀ ਨਹੀਂ ਹੈ, ਕੋਈ ਹੈਂਡੀਕੈਪਡ ਹੈ, ਕੋਈ ਅਸਮਰੱਥ ਹੈ ਕੁਝ ਕਰਨ ਤੋਂ, ਤੂੰ ਉਸ ਦੀ ਸੇਵਾ ਕਰ ਸਕਦਾ ਹੈ। ਤੇ ਸੇਵਾ ਕਰਕੇ ਆਪਣੇ ਅੰਦਰ ਮਾਣ ਨਾ ਕਰੀ, ਇਹ ਕਹੇ ਕਿ ਸੱਚੇ ਪਾਤਸ਼ਾਹ ਤੂੰ ਬਖਸ਼ਿਸ਼ ਕੀਤਾ ਸੀ ਤੇ ਮੈਨੂੰ ਇਹ ਸਮਰੱਥਾ ਦਿੱਤੀ ਕਿ ਮੈਂ ਉਸ ਦੀ ਕੁਝ ਸੇਵਾ ਕਰ ਸਕਿਆ। ਲੇਕਿਨ ਗੁਰੂ ਸਾਹਿਬ ਕਹਿੰਦੇ ਬਈ ਉਹ ਵੀ ਨੇ ਜਿਹੜੇ ਕਹਿੰਦੇ ਬਈ ਅਸੀਂ ਦਾਨ ਪੁੰਨ ਕੀਤਾ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਕਹਿੰਦੇ ਮੈਂ 10 ਰੁਪਏ ਦਿੱਤੇ ਨਾ ਤੇ ਮੈਨੂੰ ਹਜ਼ਾਰਾਂ ਮਿਲਣੇ ਚਾਹੀਦੇ। ਅਰਦਾਸ ਇਸ ਤਰ੍ਹਾਂ ਹੀ ਹੁੰਦੀ, ਅਸੀਂ ਵੀ ਅੱਜ ਉਸੇ ਪੱਖ ਤੇ ਚੱਲ ਰਹੇ ਹਾਂ। ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਕਹਿੰਦੇ ਦੋ ਧਾਰਨਾਵਾਂ ਨੇ, ਇੱਕ ਤੇ ਮੈਂ ਦੇ ਰਿਹਾ ਤੇ ਸੱਚੇ ਪਾਤਸ਼ਾਹ ਮੇਰੇ ਅੰਦਰ ਇਹ ਧਾਰਨਾ ਹੈ ਕਿ ਮੈਂ ਜਿਤਨੀ ਦਿੱਤੇ ਉਸ ਤੋਂ 1000 ਗੁਣਾ ਵੱਧ ਮੈਨੂੰ ਮਿਲੇਗਾ ਤੇ ਮੇਰੀ ਸ਼ੋਭਾ ਵੀ ਸੰਸਾਰ ਕਰੇਗਾ। ਦੋ ਹੀ ਚੀਜ਼ਾਂ ਨੇ, ਦੇ ਦੇ ਮੰਗੈ ਸਹਿਸਾ ਗੁਣਾ, ਹਜ਼ਾਰਾਂ ਗੁਣਾ ਲੈਂਦਾ ਹੈ। ਅਰਦਾਸ ਕਰਾਈ ਜਾਂਦੇ ਨਾ, ਅਸੀਂ ਕੀ ਕਰਦੇ ਹਾਂ, ਬੁਰਾ ਨਾ ਮੰਨਣਾ ਤੁਸੀਂ, ਅਸੀਂ ਅਰਦਾਸ ਕਰਦੇ ਹਾਂ ਨਾ, ਸੱਚੇ ਪਾਤਸ਼ਾਹ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕੀਤੀ ਹੈ, ਚੰਗੀ ਗੱਲ ਹੈ। ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆਈ ਹੈ ਸੋ ਖਜ਼ਾਨੇ ਭਰਪੂਰ ਕਰਨੇ। ਉਹ ਭੇਟ ਦੇ ਵਿੱਚ ਭਾਵੇਂ 50 ਰੁਪਏ ਦੀ ਦੇਗ ਦਿੱਤੀ ਹੋਵੇ, ਖਜ਼ਾਨੇ ਭਰਪੂਰ ਕਰਨ ਤੋਂ ਭਾਵ ਕੀ ਹੈ? ਭਈ ਹਜ਼ਾਰਾਂ ਗੁਣਾ ਮੰਗੀ ਜਾ ਰਹੇ ਆ ਕਿ ਨਹੀਂ ਮੰਗੀ ਜਾ ਰਹੇ? ਸਾਡੀ ਵੀ ਅਵਸਥਾ ਹੋਈ ਹੈ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਤੇ ਮੇਰੀ ਸ਼ੋਭਾ ਵੀ ਹੋਵੇ ਕਿ ਭਾਈ ਜਕਾਰੇ ਛੱਡੇ ਜਾਣ ਇਸ ਦੇ ਨਾਂ ਤੇ, ਇਸਨੇ ਬੜਾ ਕੁਛ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਹਉਮੈ ਤਿਆਗ, ਤਿਆਗ ਦੇ ਹਉਮੈ ਛੱਡ ਦੇ। ਕਿਉਂ? ਇਹਨਾਂ ਤਰੀਕਾਂ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਨਕ ਕਾਮਨੀ ਹੈਵਰ ਗੈਵਰ, ਬੋ ਬਿਦ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬੋ ਅਰਪੇ, ਨਾ ਮਿਲਿਆ ਹਰ ਦੁਆਰਾ। ਕਹਿੰਦੇ ਜਿੰਨੇ ਮਰਜੀ ਤੂੰ ਕੱਪੜੇ ਦਾਨ ਕਰ ਦੇ, ਕਹਿ ਬਸਤਰ ਦਾਨ ਕਰ ਦੇ, ਅੰਨ ਦਾਨ ਕਰੀ ਜਾ। ਕਣਕ ਕਾਮਨੀ ਹੈਵਰ ਗੈਵਰ, ਪਹਿਲੇ ਇਸਤਰੀ ਵੀ ਦਾਨ ਲੋਕੀ ਕਰਦੇ ਸਨ। ਕਹਿੰਦੇ ਸੋਨਾ ਚਾਂਦੀ ਸਭ ਕੁਝ ਦਾਨ ਕਰੀ ਜਾ। ਇਸ ਤਰੀਕੇ ਦੇ ਨਾਲ ਪਿਆਰੇ ਇਨ ਬਿਦ ਮਿਲਣ ਨਾ ਜਾਈ। ਇਸ ਤਰੀਕੇ ਦੇ ਨਾਲ ਪਰਮਾਤਮਾ ਨਹੀਂ ਮਿਲੇਗਾ। ਕਿਵੇਂ ਮਿਲੇਗਾ? ਫਿਰ ਭੇਟ ਕੀ ਕਰੀਏ ਉਸ ਦੇ ਅੱਗੇ? ਕਹਿੰਦੇ ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾਂ। ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ। ਅਰਪਿਆ ਤਾਂ ਸੀਸ ਸੋ ਥਾਨ ਗੁਰ ਪੈ, ਸੰਗ ਗੁਰੂ ਦਿਖਾਇਆ। ਕਿਹੜੀ ਚੀਜ਼ ਭੇਟ ਕਰੀਏ ਉਸ ਦਾ ਦੀਦਾਰ ਹੋ ਜਾਣ? ਅਰਪਿਆ ਤਾਂ ਸੀਸ ਸੋ ਥਾਨ ਗੁਰ ਪੈ, ਗੁਰੂ ਅੱਗੇ ਆਪਣਾ ਸੀਸ ਭੇਟ ਕਰ ਦੇ, ਭਾਵ ਆਪਣਾ ਆਪ ਭੇਟ ਕਰ ਦੇ, ਆਪਣਾ ਮਨ ਤਨ ਧਨ ਸਭ ਕੁਝ ਕੁਰਬਾਨ ਕਰ ਦੇ। ਇਹ ਨਾ ਕਹਿ ਮੇਰਾ ਮਨ ਕਹਿੰਦਾ ਤੇ ਮੈਂ ਕਰਾਂਗਾ, ਨਹੀਂ, ਮਨ ਗੁਰੂ ਦੇ ਲੇਖੇ ਲਗਾ ਦੇ। ਜੋ ਗੁਰੂ ਕਹਿ ਰਿਹਾ ਮਨ ਦੇ ਵਿੱਚ ਉਹ ਵਸਾ, ਤੇ ਤਨ ਨੂੰ ਉਸੇ ਪਾਸੇ ਲੈ ਜਾ। ਤੇ ਧਨ ਹੈ ਤੇਰੇ ਪਾਸ, ਤੇ ਧਨ ਨੂੰ ਵੀ ਗੁਰੂ ਦੇ ਕਹੇ ਅਨੁਸਾਰ ਹੀ ਵਰਤ। ਇਹ ਨਹੀਂ ਕਿ ਮੈਂ ਲੰਗਰ ਲਗਾਈ ਜਾਵਾਂ। ਭੇਟ ਆ ਕਰਨ ਦੇ, ਸੇਵਾ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹੈ, ਲੇਕਿਨ ਗੁਰੂ ਕੋਲੋਂ ਜਾਚ ਸਿੱਖ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾਂ। ਇਹ ਅੱਖਾਂ ਕੰਨ ਜਿਹੜੇ ਗਿਆਨ ਇੰਦਰੀ ਹੈ ਨਾ, ਭੇਟ ਕਰ ਗੁਰੂ ਦੇ ਅੱਗੇ। ਅੱਖਾਂ ਪਰਾਇਆ ਰੂਪ ਨਾ ਦੇਖਣ ਹੁਣ, ਇਹ ਕੰਨ ਅਸ਼ਲੀਲ ਨਾ ਸੁਣਨ ਹੁਣ, ਇਹ ਜ਼ੁਬਾਨ ਹੁਣ ਚਸਕੇ ਵਿੱਚ ਨਾ ਫਸੇ। ਅਰਪਣ ਕਰ ਦੇ ਗੁਰੂ ਅੱਗੇ। ਇਸ ਤਰੀਕੇ ਦੇ ਨਾਲ ਤੈਨੂੰ ਦਰਬਾਰ ਮਿਲੇਗਾ। ਫੇਰ ਕਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਆਪਣਾ ਆਪ ਭੇਟ ਕਰ ਦੇ। ਗੁਰੂ ਸਾਹਿਬ ਕਹਿੰਦੇ ਹੈ ਕਿ ਜਦੋਂ ਅਸੀਂ ਆਪਣਾ ਆਪ ਭੇਟ ਕਰਨ ਦੀ ਉਸ ਅਵਸਥਾ ਦੇ ਵਿੱਚ ਆਉਂਦੇ ਹਾਂ ਤੇ ਜੀਵਨ ਦੀ ਘਾਟ ਸਮਝੋ ਘੜੀ ਗਈ ਹੈ। ਸਮਝੋ ਘੜੀ ਗਈ ਜੀਵਨ, ਪ੍ਰੇਮ ਸਰੂਪ ਹੋ ਗਏ, ਜੀਵਨ ਦੀ ਘਾਟ ਘੜੀ ਗਈ ਤੇ ਸਾਡੇ ਅੰਦਰ ਟਿਕਾ ਆ ਗਿਆ। ਅਸੀਂ ਆਪਣਾ ਆਪ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਤੇ ਇਹ ਜੀਵਨ ਘੜਿਆ ਗਿਆ। ਸਮਝੋ ਘੜਨ ਵਾਲੀ ਅਵਸਥਾ ਵਾਲੇ ਪਾਸੇ ਅਸੀਂ ਵਿਚਰ ਰਹੇ ਹਾਂ। ਤੇ ਸਾਡਾ ਇਹ ਯਤਨ ਰਵੇ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਮੇਰਾ ਸਮੁੱਚਾ ਜੀਵਨ ਹੀ
इस तरीके का बन जाए कि मैं अपना आप तेरे अगे अर्पण कर सकां, भेंट कर सकां। लेकिन इस जीवन की घाट के लिए अमृत वेले की बड़ी अहमियत है। इसकी आरंभता इत्थों ही होनी है। गुरु साहब ने गल कही ना, अमृत वेला सच नाओ वडियाई विचार, करमी आवे कपड़ा नदरी मोख द्वार, नानके वै जानिए सब आपे सचियार। कहते इस तरीके दे नाल पता लगेगा। हुण जदों प्रेम स्वरूप साडे जीवन हो गया, साडे अंदर एहसास हो गया कि परमात्मा दे नाल मिलाप, गुरु दे नाल मिलाप आपा भेंट करके ही हो सकता है। तन मन धन सब सौंप गुर को, हुक्म मनै पाईऐ। हुक्म मनेगा तो तां प्राप्ति, मिलाप उस दे नाल तां होना है। जदों इस अवस्था ते पहुँच गए तो जीवन की एक शिखरता है। लेकिन इसकी आरंभता कित्थों होनी? गुरु साहब कहते हैं अमृत वेले की संभाल करनी पएगी। अज ये गल्लां कई बारी बहुत सारे प्रचार कहते जी अमृत, पूरा जीवन ही अमृतमई है। लेकिन एक मर्यादा है। जिवें असीं वेखदे हां कि एक चश्मा है, चश्मे दे विचों पानी निकलदा है तो अगे एक सरोवर दे विच पै रहा है। हुण सरोवर वो चल रहा है, उसका जीवन कायम है क्योंकि पिछों चश्मे राही पानी उसनूं मिल रहा है, निरंतरता बनी हुई है। एक दरिया है, दरिया वगदा है, उसके दोवें किनारे ने, दोवें किनारिਆਂ ਵਿੱਚ दरिया वगदा है। कितने साडे काम भी सवारदा है। असीं उस पानी नूं रोक के बिजली पैदा करते हैं, छोटे छोटे फिर नदी नाले तैयार करके असी उस दरिया के पानी के विचों छोटियां छोटियां जिहड़ियां कूलां होंदियां सन पहले पिंडां दे विच, उन्हां राहीं असी सिंचाई का काम करते हैं। कितनी वैजीटेशन साडी तैयार होंदी है। लेकिन उही जदों हड़ आउंदा है तो वह किनारिਆਂ नूं तोड़ के बेमर्यादा हो जाता है तो हड़ दे नाल नुकसान कितना हो जाता है। इस तरह ही साडा जीवन है। साडे जीवन के दो किनारे ने, परमात्मा की सिफत सलाह की बाणी, ये साडे लई किनारे ने। जदों असी बेमर्यादा होवांगे, इन्हां किनारां नूं तोड़ देवांगे, भाव कि साडे जीवन दे विच सिफत सलाह नहीं रहेगी, नाम का रंग नहीं रहेगा, आपा भेंट नहीं रहेगा, प्रेम स्वरूप जीवन दे विचों बाहर निकल के नफरत दे विच आ जावांगे, बेमर्यादा जीवन हो जाएगा। तो बेमर्यादा जीवन कभी अपनी मंजिल तक नहीं पहुँच सकेगा, नहीं पहुँचेगा। बस इस तरह ही है कि इस जीवन को मर्यादा दे विच रखण दे लई गुरु साहब कहते हैं अमृत वेला संभालता सही, क्योंकि इत्थों आरंभता होनी है। ज्यों ज्यों असी अमृत वेले उठांगे, देखो साडे जीवन दे विच नेम है तो असी जीवन नूं, पूरे जीवन नूं अमृतमई बनाउण दा यतन करांगे। इसलिए गुरु साहब ने एक मिसाल दी। गुरु रामदास पातशाह जी ने साडे जीवन की एक मर्यादा कड़ी ना, गुरु सतगुर का जो सिख अखाए सो भलके उठ हर नाम ते आवे, उदम करे भलके प्रभाती, इशनान करे अमृतसर नावे, फिर चढ़ा दिवस गुरबाणी गावे, बहदियाँ उठदियाँ हर नाम ते आवे। ये मर्यादा है, भलके उठ हर नाम ते आवे। अमृत वेले की इस संभाल दे नाल हौली 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 साडा जीवन सारा जिहड़ा है इस अमृतमय जीवन दे विच बदल जाता है, तब्दील हो जाता है। गुरु साहब ने, गुरु अंगद पातशाह जी ने मिसाल दे दी है। कहते चौथा पैर सबाक है, सुरतियाँ उपजै चाओ। कहते जिन्हों की सुरत उच्ची होंदी है ना, अमृत वेले उन्होंने अंदर एक चाह होंदा कि नहीं मैं उठना है, मैं सत्संगत भी जाना है, मैं गुरु दरबार दे विच जाके कीर्तन सुनना है, मैं विचार सुननी है। उन्हें अंदर चाओ पैदा होंदा है। सुरतियाँ उपजै चाओ, तिन्हां दरियावां स्यों दोस्ती, मन मुख सच्चा नाओ। कहते उन्हां दे नाल उन्हां दी मित्रता है जिन्हां दे मन दे विच, जिन्हां दे मुख दे विच परमात्मा दा नाम है। फिर कहते उत्थे तिन्हां दरियावां स्यों दोस्ती, मन मुख सच्चा नाओ, उत्थे अमृत वंडिया करमी होए पसाओ, कंचन काया कसिया वन्नी चढ़ै चढ़ाओ। कहते जदों वो बैठते हैं सत्संगी जन आपस के भी दोस्त मित्र, तो फिर की होंदा है, कंचन काया कसिया, कस लाई जाती, जिवें सुनियारा सोने नूं कस ला के उसकी खोट बाहर कढ़दा ना। इत्थे की है, इत्थे आपां बैठे हाँ, साडी खोट बाहर निकल रही है, कूड़ की पाल टुट रही है, तो सच दे नाल जुड़न दा उपराला हो रहा है साडा। हुण गुरु साहब कहते हैं बई एक पैर तो तू संभाल लिया, बाकी 7 पैर होर भी ने। क्या मैं अमृत वेले गुरुद्वारे आया, नितनेम किया, तुहाडे सामने कोई विचार की, मैं कीर्तन सुनिया, बाकी 7 पैर जिहड़े ने वो मैं जाके कूड़ कबाड़ जिंदगी दे विच भरदा रवां तो फिर कूड़ की पाल किवें टुटेगी। गुरु साहब कहते नहीं, की कर 7 पैरी 7 भला बईया पढ़िया पास। कहते ये तेरी जिंदगी दे लई भला काम यही है कि बाकी जिहड़े 7 पैर ने अमृत वेले का उद्यम तो तू कीता है, लेकिन इस उद्यम नूं कंटिन्यू रखण दे लई 7 पैर जिहड़े वो इस तरीके दे नाल बिता कि जिहड़े जिन्हां दे अंदर गुरु दी विचार है, नाम दी विचार है, बाणी दी विचार है, उन्हां दे कोल ही बैठी संगत उन्हां दे नाल रखी। 7 पैरी 7 भला
ਬਈਆ ਪੜ੍ਹਿਆ ਪਾਸ, ਕਿਉਂਕਿ ਉੱਥੇ ਕੀ ਹੋਏਗਾ, ਉੱਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਰਾਸ ਕਹਿੰਦੇ ਪੂੰਜੀ ਨੂੰ, ਕਹਿੰਦੇ ਉੱਥੇ ਕੂੜ ਦੀ ਜਿਹੜੀ ਰਾਸ ਪੂੰਜੀ ਹੈ ਨਾ, ਠੱਗ ਪੁਣਾ, ਕੂੜ ਦੀ ਪਾਲ ਉੱਥੇ ਬਾਹਰ ਕੱਢਣ ਦਾ ਯਤਨ ਕੀਤਾ ਜਾਂਦਾ ਹੈ। ਉੱਥੇ ਖੋਟੇ ਸੱਟੀਆਂ ਖਰੇ ਕੀਚੈ ਸ਼ਾਬਾਸ। ਖੋਟੇ ਗੁਣ ਜਿਹੜੇ ਨੇ ਸਾਡੇ ਜੀਵਨ ਦੇ ਅੰਦਰ ਖੋਟ ਭਰਨ ਵਾਲੇ, ਉਹਨਾਂ ਨੂੰ ਬਾਹਰ ਸੁੱਟਿਆ ਜਾਂਦਾ ਹੈ। ਬਸ ਛੱਡੋ, ਇਹਨਾਂ ਗੁਣਾਂ ਨੂੰ ਅਸੀਂ ਧਾਰਨ ਕਰਾਂ, ਅਵਗੁਣ ਨੇ ਇਹ, ਲੇਕਿਨ ਚੰਗੇ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬਸ ਗੁਰੂ ਸਾਹਿਬ ਕਹਿੰਦੇ ਆ, ਜਦੋਂ ਇਸ ਤਰੀਕੇ ਦਾ ਸਾਡੇ ਅੰਦਰ ਇੱਕ ਅਹਿਸਾਸ ਜਾਗਦਾ ਕਿ ਨਹੀਂ, ਮੈਂ ਉਸ ਪ੍ਰੇਮ ਸਰੂਪ ਪਰਮਾਤਮਾ ਦੇ ਨਾਲ ਮਿਲਣਾ ਹੈ, ਤੇ ਪ੍ਰੇਮ ਆਪਣੇ ਜੀਵਨ ਦੇ ਵਿੱਚ ਭਰਦਾ ਹੈ, ਆਪਣਾ ਆਪ ਭੇਟ ਕਰਦਾ ਹੈ, ਆਰੰਭਤਾ ਕਰਦਾ ਹੈ ਜੀਵਨ ਦੀ, ਇਹ ਉਦਮ ਕਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹੈ, ਫਿਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਅਹਿਸਾਸ ਹੁੰਦਾ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ। ਮੈਂ ਉਸ ਨਿਜ ਸਰੂਪ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਮੈਨੂੰ ਆਪਣੇ ਜੀਵਨ ਦੇ ਵਿੱਚ ਟਿਕਾ ਭਰਨਾ ਪਏਗਾ, ਪ੍ਰੇਮ ਭਰਨਾ ਪਏਗਾ। ਉਸ ਦੇ ਨਾਲ ਮਿਲਣ ਦੇ ਲਈ, ਉਸ ਦੇ ਦਰਬਾਰ ਦੇ ਦੀਦਾਰ ਕਰਨ ਦੇ ਲਈ, ਉਸ ਦੀ ਹਜ਼ੂਰੀ ਪ੍ਰਾਪਤ ਕਰਨ ਦੇ ਲਈ, ਉਸ ਦੇ ਨਾਲ ਇੱਕ ਮਿਕਤਾ ਹਾਸਲ ਕਰਨ ਦੇ ਲਈ, ਉਸ ਦੇ ਨਾਲ ਇੱਕ ਸਰੂਪ ਹੋਣ ਦੇ ਲਈ ਮੈਨੂੰ ਆਪਾ ਭੇਟ ਕਰਨਾ ਪਏਗਾ। ਇਹ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਬਸ ਇਹ ਅਵਸਥਾ ਜੀਵਨ ਦੀ ਬਣ ਜਾਏ ਤੇ ਸਾਡੇ ਅੰਦਰ ਅਹਿਸਾਸ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਤੂੰ ਹੀ ਬਖਸ਼ਿਸ਼ ਕਰਨ ਵਾਲਾ ਹੈ। ਤੂੰ ਹੀ ਐਸਾ ਨਿਯਮ ਤਿਆਰ ਕੀਤਾ ਕਿ ਜਿਸ ਨਿਯਮ ਦੇ ਅਧੀਨ ਸਾਰਾ ਸੰਸਾਰ ਚੱਲ ਰਿਹਾ ਹੈ। ਕਿਰਪਾ ਕਰ ਮੇਰਾ ਵੀ ਜੀਵਨ ਤੇਰੀ ਰਜ਼ਾ ਦੇ ਵਿੱਚ ਆ ਜਾਏ, ਤੇਰੇ ਭਾਣੇ ਵਿੱਚ ਆ ਜਾਏ, ਤੇਰੇ ਹੁਕਮ ਦੇ ਵਿੱਚ ਆ ਜਾਏ। ਉਸ ਹੁਕਮ ਦੇ ਵਿੱਚ ਤੁਰਦਿਆਂ ਤੁਰਦਿਆਂ ਕੂੜ ਦੀ ਪਾਲ ਆਪਣੇ ਅੰਦਰੋਂ ਤੋੜ ਕੇ ਮੈਂ ਸੱਚ ਦੀ ਉਸ ਅਵਸਥਾ ਤੱਕ ਪਹੁੰਚ ਸਕਦਾ, ਸਚਿਆਰ ਬਣ ਸਕਦਾ। ਅੱਜ ਦੀ ਇਸ ਪੌੜੀ ਦੇ ਵਿੱਚ ਜੋ ਸੰਖੇਪ ਰੂਪ ਦੇ ਵਿੱਚ ਆਪਾਂ ਵਿਚਾਰ ਕੀਤੀ ਹੈ, ਗੁਰੂ ਸਾਹਿਬ ਨੇ ਇਹ ਸੇਧ ਸਾਨੂੰ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਪਾਤਸ਼ਾਹ ਬਖਸ਼ਿਸ਼ ਕਰਨ, ਮਿਹਰ ਕਰਨ, ਦਇਆ ਕਰਨ ਵਾਲੇ ਉਹ ਮਹਾਨ ਸਦੀਵੀ ਕਾਇਮ ਰਹਿਣ ਵਾਲੀ ਹਸਤੀ, ਤੇ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ, ਸਾਨੂੰ ਉਸ ਦੇ ਨਾਲ ਜੋੜਿਆ ਬਾਣੀ ਰਾਹੀਂ। ਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਏ। ਇਸ ਲਈ ਜ਼ਰੂਰੀ ਹੈ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਤੋਂ ਆਪਣਾ ਜੀਵਨ ਜਿਹੜਾ ਹੈ ਉਹ ਅਸੀਂ ਆਰੰਭ ਕਰੀਏ। ਅੰਮ੍ਰਿਤ ਵੇਲੇ ਉੱਠੀਏ, ਨੇਮ ਕਰੀਏ, ਆਪਣਾ ਬਾਣੀ ਦੇ ਨਾਲ ਜੁੜੀਏ, ਸਤਸੰਗਤ ਦੇ ਵਿੱਚ ਬੈਠੀਏ, ਸਤਸੰਗੀਆਂ ਦੇ ਨਾਲ ਸੰਗਤ ਰੱਖੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਜੀਵਨ ਦੇ ਵਿੱਚੋਂ ਬੇਰਸੇ ਫਿੱਕੇ ਬੋਲ ਬਾਹਰ ਕੱਢੀਏ, ਪ੍ਰੇਮ ਭਰਨ ਦਾ ਯਤਨ ਕਰੀਏ, ਆਪਣਾ ਆਪ ਭੇਟ ਕਰਨ ਦਾ ਤਰੀਕਾ ਸਿੱਖੀਏ। ਉਹ ਤਾਂ ਹੀ ਹੋਏਗਾ ਜਿਉਂ-ਜਿਉਂ ਅਸੀਂ ਬਾਣੀ ਦੇ ਨਾਲ ਜੁੜਾਂਗੇ ਤੇ ਕੂੜ ਦੀ ਪਾਲ ਟੁੱਟਣਾ ਸ਼ੁਰੂ ਹੋ ਜਾਏਗੀ। ਸਚਿਆਰ ਤੱਕ ਸਾਡੀ ਅਵਸਥਾ ਬਣ ਸਕਦੀ ਹੈ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਕਿ ਇਸ ਤਰ੍ਹਾਂ ਦੀ ਅਵਸਥਾ ਨੂੰ ਅਸੀਂ ਮਾਣ ਸਕੀਏ। ਅੱਜ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣਗੀਆਂ, ਬਖਸ਼ ਲੈਣਾ ਜੀ। ਬਾਣੀ ਅਗਾਧ ਬੋਧ ਹੈ ਜਿਸ ਦੀ ਵਿਚਾਰ ਆਪਾਂ ਕਰ ਨਹੀਂ ਸਕਦੇ, ਲੇਕਿਨ ਜੋ ਤੁੱਛ ਬੁੱਧੀ ਅਨੁਸਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਸਾਹਿਬਾਨ ਨੇ ਜੋ ਬਖਸ਼ਿਸ਼ ਕੀਤੀ ਹੈ, ਉਹ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਹੈ। 4 ਪੌੜੀਆਂ ਦੀ ਵਿਚਾਰ ਅਸੀਂ ਮੁਕੰਮਲ ਅੱਜ ਕੀਤੀ ਹੈ। 5ਵੀਂ ਪੌੜੀ ਦੀ ਵਿਚਾਰ ਅਗਲੇ ਐਤਵਾਰ ਨੂੰ ਕਰਾਂਗੇ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।